ਕਿਸੇ ਕਿਸੇ ਬਾਪੂ ਜੀ ਨੇ ਤਾਂ ਕਹਿ ਦੇਣਾ ਮੇਰਾ ਇੱਕ ਮੁਸਲਿਮ ਭਰਾ ਸੀਗਾ, ਤੂੰ ਤਾਂ ਜਮਾਂ ਮੇਰੀ ਧੀਆਂ ਵਰਗੀ ਆ। ਜੇ ਆਪਾਂ ਨੂੰ ਕੋਈ ਰੋਟੀ ਦਾ ਇੱਕ ਨਿਵਾਲਾ ਵੀ ਦਿੰਦਾ ਨਾ, ਉਹਦਾ ਆਪਣੇ ਸਿਰ ਇੰਨਾ ਬੜਾ ਅਹਿਸਾਨ ਹੁੰਦਾ ਕਿ ਅਸੀਂ ਉਹਦਾ ਅਹਿਸਾਨ ਨਹੀਂ ਕਦੇ ਦੇ ਸਕਦੇ, ਸਾਰੀ ਉਮਰ ਨਹੀਂ ਉਹਦਾ ਅਹਿਸਾਨ ਦੇ ਸਕਦੇ। ਅੱਜ ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਕਿਸਾਨਾਂ ਨੇ ਕੀ ਖੱਟ ਲਿਆ, ਉਹਨਾਂ ਦੀ ਜ਼ਮੀਰਾਂ ਹੀ ਮਰੀਆਂ ਹੋਈਆਂ। ਜੇ ਅੱਜ ਅਸੀਂ ਮੋਰਚਿਆਂ ਤੇ ਜਾ ਰਹੇ ਹਾਂ, ਅਸੀਂ ਉਹਨਾਂ ਨੂੰ ਇਹ ਦਿਖਾ ਰਹੇ ਹਾਂ ਵੀ ਅਸੀਂ ਜਾਗਦੀ ਜ਼ਮੀਰਾਂ ਵਾਲੇ ਹਾਂ। ਇਸਲਾਮ 'ਚ ਇਹ ਨਹੀਂ ਹੈ ਕਿ ਔਰਤਾਂ ਨੂੰ ਬੰਦ ਕਮਰੇ 'ਚ ਰੱਖਣਾ। ਜੇ ਇਸਲਾਮ 'ਚ ਇਹ ਹੁੰਦਾ ਕਿ ਔਰਤਾਂ ਨੂੰ ਬੰਦ ਕਮਰੇ 'ਚ ਰੱਖਣਾ ਤਾਂ ਮੈਂ ਦਿੱਲੀ ਤੱਕ ਨਾ ਪਹੁੰਚ ਗਈ ਹੁੰਦੀ। 700 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋ ਗਏ ਤੇ ਤੁਹਾਨੂੰ ਕੋਈ ਮਾਯੂਸੀ ਨਹੀਂ। ਜੇ ਅੱਜ ਵੀ ਮਾਪਿਆਂ ਦੀ ਉਹੀ ਸੋਚ ਹੈ ਨਾ ਕਿ ਅਸੀਂ ਆਪਣੀ ਧੀ ਨੂੰ ਨਹੀਂ ਪੜ੍ਹਾਉਣਾ ਪਰ ਆਪਣੇ ਪੁੱਤ ਨੂੰ ਪੜ੍ਹਾਉਣਾ, ਤਾਂ ਉਹਨਾਂ ਦੀ ਸੋਚ ਬਹੁਤ ਗਲਤ ਹੈ। ਕਿਉਂਕਿ ਜੇ ਅੱਜ ਵੀ ਅਸੀਂ ਦੇਖੀਏ ਨਾ, ਪਾਰਲੀਮੈਂਟ ਤੱਕ ਵੀ ਹੁਣ ਧੀਆਂ ਪਹੁੰਚ ਗਈਆਂ, ਹਰ ਪ੍ਰੋਫੈਸ਼ਨ 'ਚ ਧੀਆਂ ਨੇ। ਕੋਈ ਮੁੰਡਾ ਸੀ, ਕੋਈ ਬਾਪੂ ਜੀ ਸੀ, ਕੋਈ ਬਜ਼ੁਰਗ ਸੀ, ਉਹ ਤਾਂ ਆਪਣੇ ਸੰਘਰਸ਼ ਤੇ ਗਏ ਸੀ, ਉਹ ਆਪਣੀ 26 ਵਾਲੀ ਪਰੇਡ ਤੇ ਗਏ ਸੀ। ਉਹਨਾਂ ਨੂੰ ਕੀ ਪਤਾ ਸੀ 26 ਵਾਲੀ ਪਰੇਡ ਤੇ ਜਾਵਾਂਗੇ ਸਾਨੂੰ ਤਾਂ ਜੇਲ੍ਹਾਂ 'ਚ ਹੀ ਡੱਕ ਦੇਣਗੇ। ਪਹਿਲਾਂ ਸਾਡੀ ਸਟੇਟ ਗਵਰਨਮੈਂਟ ਨੇ ਹੀ ਸਾਨੂੰ ਬਰਬਾਦ ਕੀਤਾ। ਸਾਡੇ ਅੱਜ ਬਾਪੂ ਸੜਕਾਂ ਤੇ ਬੈਠੇ ਆ, ਜਿਨ੍ਹਾਂ ਨੇ ਅੱਜ ਆਰਾਮ ਕਰਨਾ ਸੀ, ਜਿਨ੍ਹਾਂ ਦੀ ਆਰਾਮ ਕਰਨ ਦੀ ਉਮਰ ਹੈ, ਅੱਜ ਉਹ ਸੜਕਾਂ ਤੇ ਧਰਨਿਆਂ ਤੇ ਜਾ ਕੇ ਬੈਠੇ ਆ। ਸਰਦੀ ਉਹਨਾਂ ਨੇ ਝੇਲੀ ਆ, ਮੀਂਹ ਉਹਨਾਂ ਨੇ ਝੇਲੇ ਆ, ਗਰਮੀ ਉਹ ਝੇਲ ਰਹੇ ਨੇ, ਹਲੇ ਹੋਰ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ। ਸਤਿ ਸ਼੍ਰੀ ਅਕਾਲ। ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਕਿਸਾਨੀ ਅੰਦੋਲਨ ਦੇਸ਼ ਦਾ ਉਹ ਅੰਦੋਲਨ ਜਿਹੜਾ ਅੱਜ ਕੱਲ੍ਹ ਘਰ ਘਰ ਦੇ ਵਿੱਚ ਪਹੁੰਚ ਗਿਆ। ਹਰ ਘਰ ਦਾ ਅੰਦੋਲਨ ਆ, ਹਰ ਘਰ ਦੀ ਆਵਾਜ਼ ਆ। ਪਰ ਅਸੀਂ ਸੋਚਦੇ ਹਾਂ ਕਿ ਯਾਰ ਕਿਸਾਨੀ ਅੰਦੋਲਨ ਨੇ ਸਾਨੂੰ ਦਿੱਤਾ ਕੀ ਆ, ਕਿਸਾਨੀ ਅੰਦੋਲਨ ਨੇ ਸਾਨੂੰ ਸਿਖਾਇਆ ਕੀ ਆ। ਕਿਸਾਨੀ ਅੰਦੋਲਨ ਨੇ ਸਾਨੂੰ ਆਵਾਜ਼ ਚੁੱਕਣੀ ਸਿਖਾਈ ਆ। ਕਿਸਾਨੀ ਅੰਦੋਲਨ ਨੇ ਸਾਨੂੰ ਬੋਲਣਾ ਸਿਖਾਇਆ, ਸਾਨੂੰ ਅਤਿਆਚਾਰ ਦੇ ਵਿਰੁੱਧ ਖੜਨਾ ਸਿਖਾਇਆ। ਸਾਡੀ ਨੌਜਵਾਨੀ ਅੱਗੇ ਆਈ ਆ, ਜਿਹਦੇ ਵਿੱਚ ਸਾਡੀਆਂ ਨੌਜਵਾਨੀ ਪੰਜਾਬ ਦੀਆਂ ਜਿਹੜੀਆਂ ਨੇ ਨੌਜਵਾਨ ਜਿਹੜੀਆਂ ਨੇ ਧੀਆਂ, ਉਹ ਵੀ ਅੱਗੇ ਆਈਆਂ ਨੇ ਅਤੇ ਹੱਕ ਦੀ ਗੱਲ ਕਰਦੀਆਂ ਨੇ ਅਤੇ ਲੋਕਾਂ ਵੱਲੋਂ ਸਰਾਇਆ ਵੀ ਜਾਂਦਾ ਆ। ਕਿਉਂਕਿ ਲੋਕ ਲੀਡਰਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਸੁਣ ਕੇ ਅੱਕ ਗਏ ਅਤੇ ਉਸ ਤੋਂ ਬਾਅਦ ਜਦੋਂ ਨੌਜਵਾਨ ਆ ਕੇ ਹੱਕ ਦੀ ਗੱਲ ਕਰਦੇ ਆ, ਅਤਿਆਚਾਰ ਦੇ ਖਿਲਾਫ ਖੜਨ ਦੀ ਗੱਲ ਕਰਦੇ ਆ, ਤਾਂ ਵਾਕਿਆ ਦੇ ਵਿੱਚ ਲੋਕਾਂ ਨੂੰ ਜਿਹੜਾ ਚੰਗਾ ਲੱਗਦਾ ਆ, ਗੱਲ ਲੋਕਾਂ ਦੇ ਦਿਲ ਦੇ ਵਿੱਚ ਲੱਗਦੀ ਆ। ਅੱਜ ਵੀ ਪੰਜਾਬ ਦੀ ਇੱਕ ਅਜਿਹੀ ਧੀ ਤੁਹਾਡੇ ਰੂਬਰੂ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰਾ ਮਾਰਦਾ ਦੇਖਿਆ ਹੋਣਾ। ਮੈਂ ਗੱਲ ਤਾਨੀਆ ਤਬਸਮ ਹੋਰਾਂ ਦੀ ਕਰ ਰਿਹਾ, ਐਡਵੋਕੇਟ ਤਾਨੀਆ ਤਬਸਮ ਮੇਰੇ ਨਾਲ ਹੋਣਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਫਿਰ ਅਗਲੀ ਗੱਲ ਵੱਲ ਵਧਾਂਗੇ। ਤਾਨੀਆ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੰਦੋਲਨ ਦੇ ਵਿੱਚ ਪਹਿਲੇ ਦਿਨ ਤੋਂ ਜੁੜੇ ਹੋ, ਪਹਿਲੇ ਦਿਨ ਤੋਂ ਅੰਦੋਲਨ ਦੇ ਵਿੱਚ ਵਿਚਰੇ ਹੋ। ਮਤਲਬ ਔਰਤ ਦੀ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਔਰਤ ਨੂੰ ਸਿਰਫ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਤਾਂ ਭਾਈ ਚੁੱਲ੍ਹਾ ਚੌਂਕਾ ਸਾਂਭਣ ਵਾਲੀਆਂ ਹੋ। ਪਰ ਜਦੋਂ ਔਰਤਾਂ ਜਾ ਕੇ ਉੱਥੇ ਬਾਰਡਰਾਂ 'ਤੇ ਡਟੀਆਂ, ਜਦੋਂ ਔਰਤਾਂ ਨੇ ਜਾ ਕੇ ਮਰਦਾਂ ਦੇ ਬਰਾਬਰ ਜਿਹੜਾ ਝੰਡਾ ਚੱਕਿਆ, ਤਾਂ ਸ਼ਾਇਦ ਸਰਕਾਰ ਵੀ ਕਿਤੇ ਨਾ ਕਿਤੇ ਸੋਚੀ ਜ਼ਰੂਰ ਪਈ ਹੋਣੀ ਹੈ। ਕਿਵੇਂ ਦੇਖਦੇ ਹੋ ਔਰਤਾਂ ਦੀ ਸ਼ਮੂਲੀਅਤ ਨੂੰ ਕਿਸਾਨੀ ਅੰਦੋਲਨ ਦੇ ਵਿੱਚ? ਜਿਹੜੀ ਇਹ ਗੱਲ ਸੀਗੀ ਕਿ ਔਰਤਾਂ ਦੀ ਗੁੱਤ ਹੇਠਾਂ ਮੱਤ ਹੁੰਦੀ ਆ ਜਾਂ ਇਹਨਾਂ ਨੂੰ ਤਾਂ ਗੱਲ ਕਰਨ ਦੀ ਵੀ ਅਕਲ ਨਹੀਂ ਹੈ, ਇਹ ਹਮੇਸ਼ਾ ਸਰਕਾਰਾਂ ਹੀ ਸੀਗੀਆਂ ਜਿਨ੍ਹਾਂ ਨੇ ਨਾ ਲੋਕਾਂ ਨੂੰ ਕਿਹਾ ਵੀ ਔਰਤਾਂ ਨੂੰ ਬੋਲਣ ਦਾ ਤਰੀਕਾ ਨਹੀਂ, ਔਰਤਾਂ ਨੂੰ ਗੱਲ ਕਰਨ ਦਾ ਤਰੀਕਾ ਨਹੀਂ, ਤੁਸੀਂ ਬੋਲ ਸਕਦੇ ਹੋ, ਤੁਸੀਂ ਹਰ ਗੱਲ ਦੀ ਅਗਵਾਈ ਕਰ ਸਕਦੇ ਹੋ। ਫਿਰ ਹੁਣ ਜਦੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਇਹਦੇ 'ਚ ਔਰਤਾਂ ਦੀ ਭੂਮਿਕਾ ਇਸ ਤਰ੍ਹਾਂ ਰਹੀ ਕਿ ਮਰਦਾਂ ਨੂੰ ਸਮਝ ਆਇਆ। ਹੁਣ ਜਿਵੇਂ ਕਿ ਪਹਿਲਾਂ ਆਦਮੀਆਂ ਦੀ ਰੈਲੀ ਹੁੰਦੀ ਸੀ, ਮਤਲਬ ਲੋਕ ਜਾਂਦੇ ਸੀ, ਫਿਰ ਮਤਲਬ ਉਹਨਾਂ ਨੂੰ ਮੰਤਰੀ ਕਹਿ ਦਿੰਦੇ ਹੁੰਦੇ ਸੀ ਵੀ ਇਹ ਤਾਂ ਵਿਹਲੇ ਨੇ, ਉੱਠ ਕੇ ਆ ਗਏ, ਵਿਹਲੜ ਜੇ ਨੇ, ਕੰਮ ਕੁਮ ਕੋਈ ਹੈ ਨਹੀਂ, ਮਤਲਬ ਮੂੰਹ ਚੱਕਿਆ ਅਤੇ ਅੰਦੋਲਨਾਂ 'ਚ ਆ ਗਏ, ਸੰਘਰਸ਼ਾਂ 'ਚ ਆ ਗਏ ਅਤੇ ਨਾਕਾਬੰਦੀ ਮਤਲਬ ਇੱਦਾਂ ਕਰ ਦਿੰਦੇ ਆ, ਪ੍ਰੋਟੈਸਟ ਕਰਨ ਲੱਗ ਜਾਂਦੇ ਆ। ਬਟ ਜਦੋਂ ਇਹ ਕਿਸਾਨੀ ਅੰਦੋਲਨ ਆਇਆ, ਇਹਦੇ 'ਚ ਇੱਕ ਔਰਤਾਂ ਦੀ ਲਹਿਰ ਉੱਠੀ ਆ। ਇਹ ਲਹਿਰ ਪੰਜਾਬ ਤੋਂ ਉੱਠੀ ਆ। ਤੁਸੀਂ ਇਹ ਦੇਖੋ, ਪਹਿਲਾਂ ਪੰਜਾਬ ਦੇ ਵੱਖ-ਵੱਖ ਮੋਰਚਿਆਂ 'ਤੇ ਔਰਤਾਂ ਨੇ ਵੀ ਮਰਦਾਂ ਦੇ ਬਰਾਬਰ ਸ਼ਮੂਲੀਅਤ ਕੀਤੀ। ਉਸ ਤੋਂ ਬਾਅਦ ਫਿਰ ਹੁਣ ਜਦੋਂ ਮਤਲਬ ਮਰਦਾਂ ਨੂੰ ਪਤਾ ਲੱਗਿਆ ਕਿ ਇਹ ਸਰਕਾਰਾਂ ਸੀਗੀਆਂ ਜਿਹੜੀਆਂ ਸਾਨੂੰ ਭੜਕਾਉਂਦੀਆਂ ਸੀਗੀਆਂ, ਜਿਹੜੀਆਂ ਸਾਡੀ ਔਰਤਾਂ ਜਿਵੇਂ ਇਹ ਚੁੱਲ੍ਹਾ ਚੌਕਾ ਸੰਭਾਲਦੀਆਂ, ਜਿਵੇਂ ਇਹ ਸਾਡੇ ਬੱਚਿਆਂ ਨੂੰ ਸਾਂਭਦੀਆਂ, ਜਿਵੇਂ ਇਹ ਸਾਡਾ ਘਰ ਦੇਖਦੀਆਂ, ਉਸ ਤਰ੍ਹਾਂ ਹੀ ਇਹ ਸੰਘਰਸ਼ ਨੂੰ ਵੀ ਚਲਾਉਂਦੀਆਂ। ਜਦੋਂ ਉਹਨਾਂ ਨੇ ਦੇਖਿਆ, ਜਦੋਂ ਔਰਤਾਂ ਨੇ ਬੋਲਣਾ ਸ਼ੁਰੂ ਕੀਤਾ
ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਵੀ ਸਰਕਾਰ ਨੇ ਕੀ ਅਤਿਆਚਾਰ ਕੀਤਾ ਜਾਂ ਸਰਕਾਰ ਕਿਸ ਨਿਗਾਹ ਨਾਲ ਔਰਤਾਂ ਨੂੰ ਦੇਖਦੀ ਆ। ਫਿਰ ਮਤਲਬ ਮਰਦਾਂ ਨੂੰ ਖੁਦ ਸਮਝ ਆਇਆ ਕਿ ਅਸੀਂ ਇਹਨਾਂ ਨੂੰ ਸਰਕਾਰਾਂ ਨੇ ਸਾਨੂੰ ਬਹਿਕਾਇਆ ਸੀ, ਇਸ ਕਰਕੇ ਇਹਨਾਂ ਨੂੰ ਅਸੀਂ ਇਹ ਮਤਲਬ ਵੀਕ ਸਮਝ ਬੈਠੇ ਸੀ। ਔਰਤਾਂ ਤਾਂ ਬਹੁਤ ਸਟਰੋਂਗ ਨੇ ਜੀ। ਫਿਰ ਹੁਣ ਜਿਵੇਂ ਕਿ 8 ਮਾਰਚ ਵਾਲਾ ਪ੍ਰੋਗਰਾਮ ਸੀ, ਮੈਂ ਉਸ ਟਾਈਮ ਟਿਕਰੀ ਬਾਰਡਰ ਤੇ ਸੀ। 8 ਮਾਰਚ ਤੋਂ ਪਹਿਲਾਂ ਇੱਦਾਂ ਹੁੰਦਾ ਸੀ ਕਿ ਮੈਂ ਗੱਲਬਾਤ ਕਰਦੀ ਰਹਿੰਦੀ ਸੀ, ਜਿਵੇਂ ਕਦੇ ਕੋਈ ਬਾਪੂ ਜੀ ਮਿਲ ਗਏ, ਕਦੇ ਕੋਈ ਵੀ ਮਿਲ ਗਿਆ ਨਾ, ਸਭ ਨਾਲ ਗੱਲਾਂ ਕਰਨੀਆਂ। ਤੇ ਇੱਕ ਦਿਨ ਵੈਸੇ ਇੱਕ ਨਾ ਜਨਰਲ ਥਾਟ ਆਇਆ ਮੇਰੇ ਦਿਮਾਗ 'ਚ, ਕਿਉਂਕਿ ਵਿਮਨਸ ਡੇ ਦਾ ਚੱਲ ਹੀ ਰਿਹਾ ਸੀ। ਅਸੀਂ ਸਭ ਨੂੰ ਜਾ ਕੇ ਕਹਿ ਰਹੇ ਸੀ ਕਿ 8 ਮਾਰਚ ਦਾ ਪ੍ਰੋਗਰਾਮ ਹੈ, ਤੁਸੀਂ ਜ਼ਰੂਰ ਆਇਓ। ਤੇ ਜਦੋਂ ਮੈਂ ਗਈ ਨਾ, ਮੈਂ ਪੁੱਛਿਆ, ਮੈਂ ਕਿਹਾ ਬਾਪੂ ਜੀ, ਮੈਂ ਕਿਹਾ ਔਰਤਾਂ ਦੀ ਕੀ ਭੂਮਿਕਾ ਆਪਣੇ ਸੰਘਰਸ਼ 'ਚ? ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਬੇਟੀ ਧੀਏ, ਜਦੋਂ ਅਸੀਂ ਸਰਕਾਰਾਂ ਦੀ ਗੱਲਾਂ ਸੁਣਦੇ ਸੀ ਨਾ ਇਹ ਸੰਘਰਸ਼ਾਂ ਤੋਂ ਪਹਿਲਾਂ, ਉਦੋਂ ਨਾ ਸਰਕਾਰਾਂ ਹੀ ਕਹਿੰਦੀਆਂ ਸੀਗੀਆਂ ਵੀ ਔਰਤਾਂ ਤੋਂ ਕੁਛ ਹੋਣਾ ਨਹੀਂ, ਇਹਨਾਂ ਨੂੰ ਬੋਲਣ ਦੀ ਅਕਲ ਨਹੀਂ, ਇਹ ਨਹੀਂ ਉਹ ਨਹੀਂ। ਕਹਿੰਦੇ ਅਸੀਂ ਵੀ ਉਹੀ ਸੋਚਦੇ ਸੀ ਵੀ ਵਾਕਈ ਔਰਤਾਂ ਨੂੰ ਬੋਲਣ ਦੀ ਅਕਲ ਨਹੀਂ, ਔਰਤਾਂ ਕੀ ਕਰਨਗੀਆਂ ਜੇ ਕਿਤੇ ਜਾਣਗੇ, ਸਾਡੀ ਨਾਕੇ ਕਟਾਣਗੇ, ਇਹਨਾਂ ਨੂੰ ਕਿਹੜਾ ਬੋਲਣਾ ਆਉਂਦਾ। ਕਹਿੰਦੇ ਅਸੀਂ ਕਦੇ ਉਹਨਾਂ ਨੂੰ ਉਹ ਸਪੇਸ ਹੀ ਨਹੀਂ ਦਿੱਤੀ, ਅਸੀਂ ਕਦੇ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਕਿ ਤੁਸੀਂ ਬੋਲੋ। ਕਹਿੰਦੇ ਅੱਜ ਸਾਨੂੰ ਪਤਾ ਲੱਗ ਰਿਹਾ, ਜਦੋਂ ਤੱਕ ਅਸੀਂ ਸੰਘਰਸ਼ਾਂ 'ਚ ਆਪਣੀਆਂ ਔਰਤਾਂ ਨੂੰ, ਬੀਬੀਆਂ ਨੂੰ, ਧੀਆਂ ਨੂੰ ਲੈ ਕੇ ਨਹੀਂ ਆਉਂਦੇ, ਉਦੋਂ ਤੱਕ ਸਾਡਾ ਸੰਘਰਸ਼ ਮੁਕੰਮਲ ਨਹੀਂ ਹੁੰਦਾ। ਤੇ ਸਾਡੇ ਸੰਘਰਸ਼ ਨੂੰ ਤਾਕਤ ਵੀ ਔਰਤਾਂ ਹੀ ਦਿੰਦੀਆਂ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਜਦੋਂ ਕਿਸਾਨੀ ਅੰਦੋਲਨ ਚੱਲਦਾ ਆ, ਉਹਦੇ ਵਿੱਚ ਇੱਕ ਮੁਸਲਿਮ ਧੀ ਇੱਕ ਵਕੀਲ ਦੇ ਤੌਰ ਤੇ ਉੱਭਰਦੀ ਆ, ਵਕੀਲ ਦੇ ਤੌਰ ਤੇ ਨਿਕਲਦੀ ਆ, ਤਾਂ ਉਦੋਂ ਕਿਸਾਨ ਬੀਬੀਆਂ ਦਾ ਰਿਐਕਸ਼ਨ ਕਿੱਦਾਂ ਦਾ ਸੀ ਕਿ ਸਾਡੀ ਜਿਹੜੀ ਇੱਕ ਮੁਸਲਿਮ ਪਰਿਵਾਰ ਦੀ ਧੀ ਸਾਡੇ ਵਿੱਚ ਆਈ ਆ, ਖਾਸ ਕਰ ਪਰਿਵਾਰ ਨੇ ਉਹਨੂੰ ਭੇਜਿਆ ਕਿ ਭਾਈ ਤੂੰ ਜਾ ਕੇ ਕਿਸਾਨਾਂ ਦਾ ਸਾਥ ਦੇ? ਸਿੰਘੂ ਬਾਰਡਰ ਤੇ ਗਏ ਸੀ ਅਸੀਂ 26 ਜਨਵਰੀ ਦੇ ਇਨਸੀਡੈਂਟ ਤੋਂ ਬਾਅਦ। ਜਦੋਂ ਮੈਂ ਉੱਥੇ ਗਈ, ਬੀਇੰਗ ਅ ਮੁਸਲਿਮ, ਮੈਨੂੰ ਬਹੁਤ ਜ਼ਿਆਦਾ, ਮੈਨੂੰ ਪ੍ਰਾਊਡ ਨਹੀਂ ਫੀਲ ਹੋਇਆ, ਪਰ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਖੁਸ਼ੀ ਇਸ ਕਰਕੇ ਹੋਈ ਕਿ ਅਸੀਂ ਆਪਣੀ ਫੈਮਲੀਜ਼ ਦੇ ਨਾਲ ਨਹੀਂ ਆਏ ਸੀ, ਅਸੀਂ ਇਕੱਲੇ ਆਏ ਸੀ ਆਪਣੇ ਘਰਾਂ ਤੋਂ। ਉੱਥੇ ਜਾ ਕੇ ਸਾਡੀ ਫੈਮਲੀਜ਼ ਬਣ ਗਈਆਂ। ਅਸੀਂ ਸਵੇਰੇ ਉੱਠਦੇ ਹਾਂ, ਮਾਤਾ ਜੀ ਆਉਂਦੀਆਂ, ਧੀਏ ਦੁੱਧ ਪੀ ਲਓ, ਉੱਠ ਜਾਓ, ਉੱਠੋ, ਖਾਣਾ ਖਾ ਲਓ, ਲੰਗਰ ਛਕ ਲਓ, ਤਿਆਰ ਹੋ ਜਾਓ, ਤੁਸੀਂ ਆਪਣੇ ਕੰਮ ਨੂੰ ਨਿਕਲਣਾ। ਉਦੋਂ ਸਾਨੂੰ ਲੱਗਦਾ ਸੀ ਕਿ ਵਾਕਈ ਹੈ ਨਾ ਕਿ ਸਾਨੂੰ ਉਹ ਮਤਲਬ ਪਿਆਰ ਮਿਲ ਰਿਹਾ। ਜਦੋਂ ਮੈਂ ਇੱਕ ਮੁਸਲਿਮ ਹੋ ਕੇ ਸੋਚਦੀ ਹਾਂ, ਮੁਸਲਿਮਸ ਨੂੰ ਕਿਹਾ ਜਾਂਦਾ ਸੀਗਾ ਕਿ ਜਿਹੜੇ ਮੁਸਲਮਾਨਾਂ ਦੀਆਂ ਔਰਤਾਂ ਨੇ ਉਹ ਕਦੇ ਬਾਹਰ ਨਹੀਂ ਨਿਕਲਦੀਆਂ ਘਰੋਂ, ਉਹਨਾਂ ਨੂੰ ਬੋਲਣਾ ਨਹੀਂ ਆਉਂਦਾ, ਉਹਨਾਂ ਨੂੰ ਤਰੀਕਾ ਨਹੀਂ, ਉਹਨਾਂ ਨੂੰ ਨਾ ਮਤਲਬ ਇਸਲਾਮ 'ਚ ਹੈ ਕਿ ਔਰਤਾਂ ਨੂੰ ਬੰਦ ਕਮਰੇ 'ਚ ਰੱਖਣਾ। ਇਸਲਾਮ 'ਚ ਇਹ ਨਹੀਂ ਹੈ ਕਿ ਔਰਤਾਂ ਨੂੰ ਬੰਦ ਕਮਰੇ 'ਚ ਰੱਖਣਾ। ਜੇ ਇਸਲਾਮ 'ਚ ਇਹ ਹੁੰਦਾ ਕਿ ਔਰਤਾਂ ਨੂੰ ਬੰਦ ਕਮਰੇ 'ਚ ਰੱਖਣਾ ਤਾਂ ਮੈਂ ਦਿੱਲੀ ਤੱਕ ਨਾ ਪਹੁੰਚ ਗਈ ਹੁੰਦੀ। ਇਸਲਾਮ 'ਚ ਸਾਨੂੰ ਪਰਦਾ ਕਰਨ ਦਾ ਹੁਕਮ ਦਿੱਤਾ ਹੈ, ਪਰ ਸਾਨੂੰ ਪ੍ਰੋਫੈਸ਼ਨ 'ਚ ਕੰਮ ਕਰਨ ਤੋਂ ਨਹੀਂ ਰੋਕਿਆ। ਅਸੀਂ ਜੇ ਘਰੋਂ ਬਾਹਰ ਜਾਂਦੇ ਹਾਂ, ਅਸੀਂ ਪਰਦਾ ਕਰਕੇ ਜਾਂਦੇ ਹਾਂ। ਸਾਡਾ ਪਰਦਾ ਸਾਡੇ ਲਈ ਬਾਊਂਡੇਸ਼ਨ ਨਹੀਂ ਹੈ। ਇਨਫੈਕਟ ਜਦੋਂ ਅਸੀਂ ਪਰਦਾ ਕਰਕੇ ਬਾਹਰ ਨਿਕਲਦੇ ਹਾਂ, ਸਾਨੂੰ ਇਹ ਲੱਗਦਾ ਕਿ ਸਾਨੂੰ ਇੱਕ ਤਰ੍ਹਾਂ ਦੀ ਫਰੀਡਮ ਮਿਲ ਰਹੀ ਹੈ ਤੇ ਸਾਨੂੰ ਉਹਦੇ ਨਾਲ ਜ਼ਿਆਦਾ ਕੌਨਫੀਡੈਂਸ ਆਉਂਦਾ, ਗੱਲ ਕਰਨ ਦਾ ਵੀ ਤੇ ਲੋਕਾਂ ਨਾਲ ਡੀਲ ਕਰਨ ਦਾ ਵੀ। ਹੁਣ ਜਦੋਂ ਮੈਂ ਟਿਕਰੀ ਬਾਰਡਰ ਤੇ ਜਾਣਾ, ਸਿੰਘੂ ਬਾਰਡਰ ਤੇ ਪਹਿਲਾਂ ਅਸੀਂ ਗਏ ਸੀ ਆਪਣੀ ਟੀਮ ਨਾਲ, ਉਦੋਂ ਨਾ ਜਦੋਂ ਦੂਰੋਂ ਹੀ ਦੇਖ ਲੈਣਾ ਕਿ ਇੱਕ ਇਹ ਪ੍ਰੋਪਰ ਲਿਬਾਸ 'ਚ ਕੁੜੀ ਆ ਰਹੀ ਹੈ ਤੇ ਮੁਸਲਿਮ ਕੁੜੀ ਆ, ਤੇ ਫਿਰ ਅਸੀਂ ਜਾ ਕੇ ਕਹਿਣਾ, ਆਪਣਾ ਇੰਟਰੋਡਕਸ਼ਨ ਦੇਣਾ ਕਿ ਅਸੀਂ ਵਕੀਲ ਹਾਂ, ਸਾਡਾ ਇੱਕ ਲੀਗਲ ਪੈਨਲ ਬਣਿਆ। ਉਹਨਾਂ ਨੇ ਸਾਨੂੰ ਬਹੁਤ ਪਿਆਰ ਦੇਣਾ, ਮੈਨੂੰ ਇਸ ਲਈ ਪਿਆਰ ਦੇਣਾ ਕਿ ਉਹਨਾਂ ਨੂੰ ਨਾ 47 ਵਾਲਾ ਦੌਰ ਯਾਦ ਆ ਜਾਂਦਾ ਸੀ ਵੀ ਧੀਏ 47 'ਚ ਅਸੀਂ ਬਹੁਤ ਕੁਛ ਖੋਇਆ। ਕਿਸੇ ਬਾਪੂ ਜੀ ਨੇ ਤਾਂ ਕਹਿ ਦੇਣਾ ਮੇਰਾ ਇੱਕ ਮੁਸਲਿਮ ਭਰਾ ਸੀਗਾ, ਤੂੰ ਤਾਂ ਜਮਾਂ ਮੇਰੀ ਧੀਆਂ ਵਰਗੀ ਆ। ਮੈਨੂੰ ਅੱਜ ਵੀ ਯਾਦ ਆ, ਅਸੀਂ ਸਿੰਘੂ ਬਾਰਡਰ ਤੇ ਗਏ ਸੀਗੇ ਤੇ ਨਾ ਇੱਕ ਬਾਬਾ ਜੀ ਮੰਜੇ ਤੇ ਬੈਠੇ ਸੀ। ਉਹਨਾਂ ਕੋਲ ਜਦੋਂ ਅਸੀਂ ਗਏ, ਉਹਨਾਂ ਨੂੰ ਅਸੀਂ ਦੱਸਿਆ ਕਿ ਅਸੀਂ ਕੀ ਕੰਮ ਕਰਨ ਆਇਆ, ਉਹ ਪਹਿਲਾਂ ਰੋ ਪਏ। ਕਹਿੰਦੇ ਧੀਏ 26 ਵਾਲਾ ਦੌਰ ਬਹੁਤ ਔਖਾ ਸੀ। ਮਤਲਬ ਉਸ ਟਾਈਮ ਤੇ ਇਹ ਹੋ ਗਿਆ ਸੀ ਕਿ ਹੁਣ ਸਾਨੂੰ ਆਪਣੇ ਇਮੋਸ਼ਨਸ ਤੇ ਹੋਲਡ ਕਰਨਾ ਪੈਣਾ, ਕਿਉਂਕਿ ਮੈਂ ਖੁਦ ਦੱਸਾਂ, ਮੈਂ ਉਦੋਂ ਮੈਨੂੰ ਇੱਕ ਇਮੋਸ਼ਨਲ ਬ੍ਰੇਕਡਾਊਨ ਹੋਇਆ ਕਿਉਂਕਿ ਉਹ ਰੋ ਪਏ ਮੈਨੂੰ ਦੇਖ ਕੇ। ਕਹਿੰਦੇ ਕਿ 26 ਨੂੰ ਬਹੁਤ ਗਲਤ ਹੋਇਆ, 26 ਨੂੰ ਸਾਡੇ ਮੁੰਡੇ ਕੁੱਟੇ ਗਏ ਨੇ, 26 ਨੂੰ ਸਾਡੇ ਭਰਾ ਕੁੱਟੇ ਗਏ ਨੇ, ਕਿਉਂਕਿ ਉਹ ਬਜ਼ੁਰਗ ਹੈ ਨਾ 80 ਸਾਲ ਦੇ, 85 ਸਾਲ ਦੇ, ਉਹ ਕੀ ਡੰਡਿਆਂ ਨਾਲ ਜਾਂ ਕਿਸੇ ਨੂੰ ਮਾਰਦੇ ਜਾਂ ਕੁਛ ਕਰਦੇ। ਉਸ ਟਾਈਮ ਨਹੀਂ, ਫਿਰ ਮੈਂ ਉਹਨਾਂ ਨੂੰ ਸਮਝਾਇਆ, ਫਿਰ ਅਸੀਂ ਦਿਲ 'ਚ ਸੋਚਿਆ ਕਿ ਜੇ ਅਸੀਂ ਵੀ ਟੁੱਟ ਗਏ ਤਾਂ ਇਹਨਾਂ ਨੂੰ ਕੌਣ ਸੰਭਾਲੇਗਾ। ਅਸੀਂ ਕਿਹਾ ਨਹੀਂ ਬਾਪੂ ਜੀ, ਤੁਹਾਡੇ ਕੋਲ ਹੀ ਆ,
ਤੁਹਾਡੇ ਨਾਲ ਆ, ਤੁਹਾਨੂੰ ਜੇ ਕਦੇ ਵੀ ਇੱਦਾਂ ਲੱਗਿਆ ਨਾ ਅਸੀਂ ਤੁਹਾਡੇ ਕੋਲ ਉਦੋਂ ਹੀ ਆ ਜਾਣਾ, ਤੁਸੀਂ ਸਾਨੂੰ ਬੁਲਾ ਲੈਣਾ। ਕਹਿੰਦੇ ਠੀਕ ਆ। ਮੈਂ ਕਿਹਾ ਅਸੀਂ ਜਿੰਨੇ ਵੀ ਸਾਡੇ ਭਰਾ ਨੇ, ਜਿੰਨੇ ਸਾਡੇ ਬਜ਼ੁਰਗ ਨੇ, ਜਦੋਂ ਤੱਕ ਉਹ ਜੇਲ੍ਹਾਂ ਤੋਂ ਬਾਹਰ ਨਹੀਂ ਆਉਂਦੇ ਅਸੀਂ ਸੰਘਰਸ਼ 'ਚ ਵੀ, ਜਿਵੇਂ ਅਸੀਂ ਬਾਰਡਰਾਂ 'ਤੇ ਡਟੇ ਹੋਏ ਹਾਂ ਅਸੀਂ ਬਾਰਡਰਾਂ 'ਤੇ ਵੀ ਡਟੇ ਰਹਾਂਗੇ। ਜੇ ਅਸੀਂ ਆਪਣੇ ਸ਼ਹਿਰ ਚਲੇ ਜਾਂਦੇ ਹਾਂ ਅਸੀਂ ਉੱਥੋਂ ਵੀ ਪ੍ਰੋਟੈਸਟ ਕਰਾਂਗੇ। ਜਦੋਂ ਤੱਕ ਸਾਡੇ ਭਰਾ ਬਾਹਰ ਨਹੀਂ ਆ ਜਾਂਦੇ, ਜਦੋਂ ਤੱਕ ਸਾਡੇ ਬਾਪੂ ਬਾਹਰ ਨਹੀਂ ਆ ਜਾਂਦੇ, ਅਸੀਂ ਚੁੱਪ ਕਰਕੇ ਨਹੀਂ ਬੈਠਦੇ। ਇਹ ਜਿਹੜਾ ਪੈਨਲ ਸੀ ਇਹਨੇ ਕਿਸਾਨਾਂ ਦੇ ਲਈ, ਜਿਸ ਪੈਨਲ ਦੇ ਵਿੱਚ ਤੁਸੀਂ ਵੀ ਸੀ, ਕਾਫੀ ਐਡਵੋਕੇਟ ਸੀ, ਕਿਸਾਨਾਂ ਦੇ ਲਈ ਕਿਵੇਂ ਕੰਮ ਕੀਤਾ? ਕਿਉਂਕਿ 26 ਤੋਂ ਬਾਅਦ ਮੁਸ਼ਕਿਲਾਂ ਬੜੀਆਂ ਬਣ ਗਈਆਂ ਸੀ। ਜੇਕਰ ਮੈਂ ਇੰਟਰਨੈਟ ਸੇਵਾ ਦੀ ਗੱਲ ਕਰਾਂ, ਇੰਟਰਨੈਟ ਸੁਵਿਧਾ ਜਿਹੜੀ ਉਹ ਬੰਦ ਕਰ ਦਿੱਤੀ ਗਈ ਸੀ। ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਸੀ ਕਿ ਲੋਕ ਕਿਤੇ ਬੋਲ ਵੀ ਨਹੀਂ ਰਹੇ ਸੀ ਕੁਛ, ਕਿਉਂਕਿ ਸੁਭਾਵਿਕ ਤੌਰ 'ਤੇ ਜੋ ਤੁਸੀਂ ਕਿਸੇ ਮੁੱਦੇ 'ਤੇ ਪਹੁੰਚਣਾ ਤਾਂ ਗੱਲ ਜ਼ਰੂਰੀ ਪੁੱਛਣੀ ਹੈਗੀ ਹੈ ਕਿ ਕਿੰਨੇ ਤੁਹਾਡੇ ਵਿੱਚੋਂ ਲਾਪਤਾ ਨੇ, ਕਿੰਨੇ ਹੈ ਨਾ ਜਿਹੜੇ ਹੈਗੇ ਤੁਹਾਡੇ ਨਾਲ ਵਾਪਸ ਨਹੀਂ ਆਏ। ਤਾਂ ਉਸ ਟਾਈਮ ਦੇ ਵਿੱਚ ਇਸ ਪੈਨਲ ਨੇ ਕੰਮ ਕਿਵੇਂ ਕੀਤਾ ਕਿਸਾਨਾਂ ਦੇ ਲਈ? ਰਕਾਬਗੰਜ ਗੁਰਦੁਆਰਾ ਸਾਹਿਬ 'ਚ ਇੱਕ ਮੀਟਿੰਗ ਹੋਈ ਸੀ ਜੀ, ਉਹਦੇ 'ਚ ਅਲੱਗ-ਅਲੱਗ ਸਟੇਟਸ ਦੇ ਐਡਵੋਕੇਟਸ ਆਏ ਸੀ ਐਂਡ ਉੱਥੇ ਮਤਲਬ ਅਪਰੋਕਸੀਮੇਟ ਪ੍ਰੈਡਿਕਸ਼ਨ ਸੀਗੀ ਕਿ 150 ਲਾਇਰਸ ਪਹੁੰਚਣਗੇ। ਬਟ ਜਦੋਂ ਅਸੀਂ ਰਕਾਬਗੰਜ ਗੁਰਦੁਆਰਾ 'ਚ ਜਾ ਕੇ ਦੇਖਿਆ, ਅਲਹਮਦੁਲਿਲਾ ਉੱਥੇ 150 ਤੋਂ ਵੀ ਵੱਧ ਐਡਵੋਕੇਟ ਸੀਗੇ। ਇੱਕ ਤਰ੍ਹਾਂ ਦਾ ਹੌਸਲਾ ਆ ਗਿਆ ਕਿ ਵਾਕਈ ਹੁਣ ਅਸੀਂ ਆਪਣੇ ਭਰਾਵਾਂ ਨੂੰ, ਆਪਣੇ ਬਾਪੂ ਨੂੰ, ਆਪਣੇ ਬਜ਼ੁਰਗਾਂ ਨੂੰ ਛੁਡਾ ਲਾਂਗੇ, ਉਹ ਸਾਡੇ ਕੋਲ ਵਾਪਸ ਆ ਜਾਣਗੇ। ਕਿਉਂਕਿ ਇਹ ਦੇਖਣਾ ਕਿ ਠੀਕ ਹੈ ਸਾਡਾ ਉਹਨਾਂ ਨਾਲ ਖੂਨ ਦਾ ਕੋਈ ਰਿਸ਼ਤਾ ਨਹੀਂ ਸੀ, ਪਰ ਇੱਕ ਇਮੋਸ਼ਨਸ ਤਾਂ ਸੀਗੇ, ਇੱਕ ਇਨਸਾਨੀਅਤ। ਬਿਲਕੁਲ। ਸਾਡੇ ਬਾਪੂ ਜੇਲ੍ਹਾਂ 'ਚ ਨੇ, ਸਾਡੇ ਭਰਾ ਜੇਲ੍ਹਾਂ 'ਚ ਨੇ, ਸਾਡੇ ਬਜ਼ੁਰਗ ਜੇਲ੍ਹਾਂ 'ਚ ਨੇ ਜਿਨ੍ਹਾਂ ਦਾ ਪਤਾ ਵੀ ਨਹੀਂ ਹੈ, ਕਿਉਂਕਿ ਮਿਸਿੰਗ ਰਿਪੋਰਟਸ ਵੀ ਸੀਗੀਆਂ। ਸਾਡੇ ਕੋਲ ਸਿਰਫ ਅਰੈਸਟਡ ਨੇਮਸ ਨਹੀਂ ਸੀਗੇ, ਸਾਡੇ ਕੋਲ ਮਿਸਿੰਗ ਨੇਮਸ ਵੀ ਸੀਗੇ। ਓਕੇ। ਉਸ ਤਰ੍ਹਾਂ ਮਤਲਬ ਉਸ ਹਿਸਾਬ ਨਾਲ ਸਾਨੂੰ ਇਹ ਦੇਖਣਾ, ਰਕਾਬਗੰਜ ਗੁਰਦੁਆਰਾ ਸਾਹਿਬ 'ਚ ਵੀ ਇੰਨੇ ਜ਼ਿਆਦਾ ਐਡਵੋਕੇਟਸ ਆਏ। ਜਦੋਂ ਇਹ ਦੇਖਿਆ ਉਸ ਤੋਂ ਬਾਅਦ ਹੋਇਆ ਕਿ ਸਭ ਜਿੱਦਾਂ ਕਿ ਅਸੀਂ ਬਾਰਡਰਸ 'ਤੇ ਸੀਗੇ, ਅਸੀਂ ਸਾਡੀ ਟੀਮ ਤਾਂ ਵੱਖ-ਵੱਖ ਬਾਰਡਰਸ 'ਤੇ ਐਡਵੋਕੇਟ ਸੀ। ਉਸ ਤੋਂ ਬਾਅਦ ਦਿੱਲੀ 'ਚ ਜਿਹੜੀ ਟੀਮ ਸੀ ਉਹ ਕੋਰਟ ਵਰਕ ਸੰਭਾਲ ਰਹੇ ਸੀ, ਕਿਉਂਕਿ ਜਿਹੜੇ ਅਸੀਂ ਬਾਰਡਰਸ 'ਤੇ ਐਡਵੋਕੇਟ ਸੀਗੇ ਉਹ ਅਸੀਂ ਜਿਵੇਂ ਕਿ ਅਸੀਂ ਪੰਜਾਬ ਤੋਂ ਆਏ ਸੀ ਜਾਂ ਹੋਰ ਕਿਸੇ ਸਟੇਟ ਤੋਂ ਆਏ ਹੋਏ ਸੀ, ਤਾਂ ਸਾਡਾ ਵਾਪਸ ਆਪਣੇ ਘਰ ਵੀ ਜਾਣਾ ਜ਼ਰੂਰੀ ਸੀ ਵਿੱਚ ਤੇ ਇਸ ਕਰਕੇ ਅਸੀਂ ਦਿੱਲੀ ਕੋਰਟ 'ਚ ਅਪੀਅਰ ਨਹੀਂ ਹੋ ਸਕਦੇ ਸੀ, ਕਿਉਂਕਿ ਸਾਡੀ ਵੀ ਪ੍ਰੋਬਲਮ ਸੀ। ਇਸ ਕਰਕੇ ਦਿੱਲੀ ਦਾ ਜਿਹੜਾ ਵਰਕ ਹੈ, ਕੋਰਟ ਵਰਕ ਹੈ, ਉਹ ਦਿੱਲੀ ਦੀ ਟੀਮ ਸੰਭਾਲ ਰਹੀ ਸੀ, ਜਿਹੜੀ ਐਡਵੋਕੇਟਸ ਦੀ ਟੀਮ ਸੀ। ਬਾਕੀ ਜਿਹੜਾ ਬਾਰਡਰਸ 'ਤੇ ਕੰਮ ਸੀ, ਜਿਹੜੀ ਮਿਸਿੰਗ ਰਿਪੋਰਟਸ ਦੇਣੀਆਂ ਸੀ, ਜਿਹੜੀ ਅਰੈਸਟਡ ਰਿਪੋਰਟ ਸੀ, ਉਹ ਅਸੀਂ ਸਾਰੇ ਇਨਫੋਰਮੇਸ਼ਨ ਆਪਣੇ ਬਾਰਡਰਸ ਤੋਂ ਦੇ ਰਹੇ ਸੀ, ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਸੀ। ਕਿਉਂਕਿ ਇੰਟਰਨੈਟ ਅਸੈਸ ਨਹੀਂ ਸੀ ਤਾਂ ਸਾਡੇ ਲਈ ਪ੍ਰੋਬਲਮ ਹੋਰ ਜ਼ਿਆਦਾ ਵੱਧ ਗਈ ਸੀ। 6 ਐਡਵੋਕੇਟ ਸੀਗੇ ਅਸੀਂ ਸਿੰਘੂ ਬਾਰਡਰ 'ਤੇ, 3 ਐਡਵੋਕੇਟਸ ਔਨ ਡੈਸਕ ਸੀ, 3 ਐਡਵੋਕੇਟਸ ਅਸੀਂ ਟਰਾਲੀ ਟੂ ਟਰਾਲੀ ਜਾ ਕੇ ਲਾਪਤਾ ਤੇ ਮਿਸਿੰਗ ਦੀ ਮਤਲਬ ਇਨਫੋਰਮੇਸ਼ਨ ਕਲੈਕਟ ਕਰ ਰਹੇ ਸੀ। ਜਦੋਂ ਤੁਸੀਂ ਟਰਾਲੀ ਤੋਂ ਟਰਾਲੀ ਜਾਂਦੇ ਸੀ, ਸਭ ਚੀਜ਼ ਜਿਹੜੀ ਆ ਗੱਲਬਾਤ, ਫਿਰ ਉਹ ਉਸ ਦਿਨ ਦਾ ਇਨਸੀਡੈਂਟ ਵੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਹੋਣਗੇ 26 ਤਾਰੀਖ ਵਾਲਾ, ਕਿ ਸਾਡੇ ਨਾਲ ਕਿੰਨੇ ਨਹੀਂ ਆਏ ਲਾਪਤਾ, ਉਹ ਤਾਂ ਚਲੋ ਠੀਕ ਆ ਕਰਨਾ ਹੀ ਹੈ, ਕਿਹੜੇ ਕਿਹੜੇ ਲਾਪਤਾ, ਇਹ ਚੀਜ਼ਾਂ ਵੀ ਸ਼ੇਅਰ ਕਰਦੇ ਸੀ? ਬਿਲਕੁਲ। 26 ਵਾਲਾ ਜਦੋਂ ਅਸੀਂ ਗਏ, ਮੈਂ ਪੁੱਛਿਆ, ਮੈਂ ਕਿਹਾ ਬਾਪੂ ਜੀ 26 ਨੂੰ ਕੀ ਹੋਇਆ ਸੀ? ਮੈਂ ਕਿਹਾ ਇਹ ਕਿਹਾ ਜਾ ਰਿਹਾ, ਮੀਡੀਆ ਇਹ ਕਹਿ ਰਹੀ ਆ ਵੀ ਜਿਹੜੇ ਕਿਸਾਨ ਲੋਕ ਨੇ ਇਹਨਾਂ ਨੇ ਮਤਲਬ ਇਹਨਾਂ ਦੇ ਹੱਥ 'ਚ ਡੰਡੇ ਸੀਗੇ ਜਾਂ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕੀਤਾ। ਕਹਿੰਦੇ ਨਹੀਂ, ਇਹ ਨਹੀਂ ਹੋਇਆ। ਕਹਿੰਦੇ ਪੁਲਿਸ ਵਾਲਿਆਂ ਨੇ ਸਾਨੂੰ ਕੁੱਟਣਾ ਸ਼ੁਰੂ ਕੀਤਾ, ਅਸੀਂ ਸਿਰਫ ਨਾਰਮਲ ਇੱਕ ਪਰੇਡ 'ਚ ਜਾ ਰਹੇ ਸੀ, ਮਤਲਬ ਇੱਕ ਪੈਦਲ ਮਾਰਚ ਸੀ, ਤੇ ਸਾਨੂੰ, ਸਾਡੇ ਬੱਚਿਆਂ ਨੂੰ ਤੇ ਹੋਰ ਬਜ਼ੁਰਗਾਂ ਨੂੰ ਕੁੱਟਿਆ ਗਿਆ। 26 ਨੂੰ ਤਾਂ ਇੰਨੀਆਂ ਅਰੈਸਟ ਸੀਗੀਆਂ ਹੀ ਨਹੀਂ, ਜਿੰਨੀਆਂ ਵੀ ਮਤਲਬ ਜਿਹੜੀ ਸਾਨੂੰ ਅਰੈਸਟ ਮਤਲਬ ਰਿਪੋਰਟ ਸਾਹਮਣੇ ਆਈ, ਕਿਉਂਕਿ ਸਾਨੂੰ ਤਾਂ ਇਹ ਪਤਾ ਸੀ ਕਿ ਇਲੀਗਲੀ ਡਿਟੇਨ ਕੀਤੇ ਆ ਤੇ ਕਿਤੇ ਵੀ ਇਲੀਗਲੀ ਡਿਟੇਨ ਸੀਗੇ। ਜਿੰਨੀਆਂ ਵੀ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਉਹ 27 ਨੂੰ ਹੋਈਆਂ ਜ਼ਿਆਦਾਤਰ ਅਰੈਸਟ, ਜਿੰਨੀਆਂ ਵੀ ਅਰੈਸਟ ਹੈਗੀਆਂ ਉਹ 27 ਤੇ 28 ਦੇ ਵਿੱਚ ਹੋਈਆਂ। ਫਿਰ ਇਸ ਦਾ ਮਤਲਬ ਤਾਂ ਇਹ ਸੀ ਨਾ ਕਿ ਇਹਨਾਂ ਨੇ ਮਤਲਬ ਅਨਆਈਡੈਂਟੀਫਾਈਡ ਦੀ ਆਪਣੇ ਕੋਲ ਲਿਸਟ ਰੱਖ ਲਈ ਸੀ ਤੇ ਇਹਨਾਂ ਨੇ ਮੁੰਡਿਆਂ ਨੂੰ ਚੱਕਿਆ, ਸਾਡੇ ਬਜ਼ੁਰਗਾਂ ਨੂੰ ਚੱਕਿਆ, ਸਾਡੇ ਬਾਪੂਆਂ ਨੂੰ ਚੱਕਿਆ ਤੇ ਉਹਨਾਂ ਦੇ ਨਾਮ ਲਿਖਤੇ ਉਹਨਾਂ 'ਚ। ਅੱਛਾ, ਇੱਕ ਇਹ ਤੁਸੀਂ ਦੱਸ ਰਹੇ ਸੀ, ਆਪਾਂ ਆਫ ਰਿਕਾਰਡ ਗੱਲ ਕਰੀ ਸੀ ਕਿ ਆਰਮਜ਼ ਐਕਟ ਦੇ ਅਧੀਨ ਜਿਹੜਾ ਇਹਨਾਂ 'ਤੇ ਮਾਮਲਾ ਦਰਜ ਕੀਤਾ, ਕਿਸੇ ਤਰ੍ਹਾਂ ਦਾ ਕੋਈ ਹਥਿਆਰ ਸੀ ਇਹਨਾਂ ਕੋਲੇ? ਦੇਖੋ, ਇਹਨਾਂ ਨੇ ਇਹ ਗੱਲ ਕੀਤੀ, ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਸੀ ਆਰਮਜ਼ ਐਕਟ 85 ਈਅਰਸ ਦੇ ਇੱਕ ਬਜ਼ੁਰਗ ਹੈ, ਉਹਨਾਂ ਦੇ ਹੱਥ 'ਚ ਕਿਹੜਾ ਵੈਪਨ ਹੋਏਗਾ? ਬਿਲਕੁਲ। ਆਰਮਜ਼ ਐਕਟ ਅਸੀਂ ਜਦੋਂ ਦੇਖਿਆ ਨਾ, ਅਸੀਂ ਜਦੋਂ ਸਾਡੇ ਕੋਲ ਲਿਸਟ ਆਈ, ਅਸੀਂ ਇਹੀ ਦੇਖਿਆ ਕਿ ਅਫੈਂਸਿਸ ਕੀ ਨੇ ਆਰਮਜ਼ ਐਕਟ ਦੇ ਅਫੈਂਸਿਸ। ਤੇ ਦੂਸਰੀ ਗੱਲ ਹੈ, ਜਿਹੜੀ ਮੁਲਾਕਾਤਾਂ ਵੀ ਸੀਗੀਆਂ ਉਹ ਵੀ ਨਹੀਂ ਹੋ ਸਕਦੀਆਂ ਸੀ ਕੋਵਿਡ-19 ਦੀ ਰੈਸਟ੍ਰਿਕਸ਼ਨਸ ਕਰਕੇ।
ਜਦੋਂ ਇਹ ਸਭ ਕੁਝ ਦੇਖਿਆ, ਜਿਹੜੀਆਂ ਵੀ ਅਰੈਸਟ ਹੋਈਆਂ, ਤਾਂ ਇਹ ਸਾਰਾ ਕੁਝ ਐਦਾਂ ਲੱਗਦਾ ਜਿਵੇਂ ਕਿ ਸਭ ਕੁਝ ਹੀ ਪਲਾਨ ਕੀਤਾ ਹੋਇਆ। ਕਿਉਂਕਿ ਠੀਕ ਹੈ ਕੋਵਿਡ-19 ਸੀ, ਅਸੀਂ ਵੀ ਮੰਨ ਰਹੇ ਗੱਲ ਨੂੰ, ਬਟ ਜੇਲ੍ਹ 'ਚ ਹੀ ਸੀ ਉਹ ਕੋਵਿਡ-19। ਮੁਲਾਕਾਤਾਂ ਦਾ ਕੀ ਮਤਲਬ ਪ੍ਰੋਬਲਮ ਸੀ? ਉਹਨਾਂ ਦਾ ਕੋਵਿਡ ਟੈਸਟ ਕਰ ਲੈਂਦੇ ਆ ਜਿਵੇਂ ਵੀ। ਉਹ ਫੈਮਲੀਜ਼ ਨੇ ਆਪਣੇ ਬੱਚਿਆਂ ਨੂੰ ਤਾਂ ਮਿਲਣਾ ਸੀ, ਬਟ ਨਹੀਂ ਮਿਲ ਪਾ ਰਹੇ ਸੀ। ਮੁਲਾਕਾਤਾਂ ਬਹੁਤ ਮੁਸ਼ਕਿਲ ਨਾਲ ਹੋਈਆਂ। ਅਸੀਂ ਆਪਣੇ ਸੀਨੀਅਰ ਐਡਵੋਕੇਟਸ ਨੂੰ ਵੀ ਕਾਲਸ ਕੀਤੀਆਂ। ਉਦੋਂ ਸਾਨੂੰ ਪਤਾ ਕੀ ਹੁੰਦਾ ਸੀ, ਜਦੋਂ ਡੈਸਕ 'ਤੇ 1-2 ਬਾਪੂ ਜੀ ਆਏ, ਮਤਲਬ ਕਿਉਂਕਿ ਅਸੀਂ ਜ਼ਿਆਦਾਤਰ ਡੈਸਕ 'ਤੇ ਨਹੀਂ ਹੁੰਦੇ ਸੀ, ਡੈਸਕ 'ਤੇ ਦੂਸਰੇ ਐਡਵੋਕੇਟਸ ਹੁੰਦੇ ਸੀ, ਬਟ ਮੈਂ 1-2 ਵਾਰ ਉੱਥੇ ਸੀ ਡੈਸਕ 'ਤੇ। ਮਾਰਨਿੰਗ ਟਾਈਮ ਹੀ 9 ਵਜੇ ਆਏ ਸੀ। ਉਹ ਬਹੁਤ ਜ਼ਿਆਦਾ ਰੋਏ। ਕਹਿੰਦੇ ਕਿਸੇ ਤਰ੍ਹਾਂ ਅਸੀਂ ਆਪਣੇ ਬੇਟੇ ਨੂੰ ਮਿਲਣਾ। ਸੋਚੋ ਇੱਕ ਬਾਤ, ਮੁਲਾਕਾਤ ਦੇ ਲਈ ਆਏ ਸੀ? ਹਾਂਜੀ, ਪਰਿਵਾਰ ਆਇਆ ਸੀ। ਦਾਦਾ ਜੀ ਸੀਗੇ ਜਿਹੜੇ ਉਹ ਹੈਗੇ, ਜਿਹੜੇ ਅਰੈਸਟਡ ਸੀ, ਉਹਨਾਂ ਦੇ ਦਾਦਾ ਜੀ ਤੇ ਉਹਨਾਂ ਦੇ ਪਾਪਾ ਤੇ ਉਹਨਾਂ ਦੇ ਹੋਰ ਰਿਸ਼ਤੇਦਾਰ। ਕਹਿੰਦੇ ਉਹਦੀ ਮਾਂ ਬਹੁਤ ਜ਼ਿਆਦਾ ਕਹਿ ਰਹੀ ਹੈ ਵੀ ਕਿਸੇ ਤਰ੍ਹਾਂ, ਮਤਲਬ ਉਹ ਤਾਂ ਆਪਣੇ ਸੰਘਰਸ਼ 'ਤੇ ਗਿਆ ਸੀ। ਕੋਈ ਮੁੰਡਾ ਸੀ, ਕੋਈ ਬਾਪੂ ਜੀ ਸੀ, ਕੋਈ ਬਜ਼ੁਰਗ ਸੀ, ਉਹ ਤਾਂ ਆਪਣੇ ਸੰਘਰਸ਼ 'ਤੇ ਗਏ ਸੀ। ਉਹ ਆਪਣੀ 26 ਵਾਲੀ ਪਰੇਡ 'ਤੇ ਗਏ ਸੀ। ਉਹਨਾਂ ਨੂੰ ਕੀ ਪਤਾ ਸੀ 26 ਵਾਲੀ ਪਰੇਡ 'ਤੇ ਜਾਵਾਂਗੇ ਸਾਨੂੰ ਤਾਂ ਜੇਲ੍ਹਾਂ 'ਚ ਹੀ ਡੱਕ ਦੇਣਗੇ। ਬਿਲਕੁਲ। ਅੱਛਾ, ਤੁਸੀਂ ਕੀ ਮੰਨਦੇ ਹੋ ਕਿ ਕਿਸਾਨੀ ਅੰਦੋਲਨ, ਜਿਵੇਂ ਅਸੀਂ ਗੱਲਬਾਤ ਕਰਦੇ ਹਾਂ ਜਦੋਂ ਅਕਸਰ ਚਾਹੇ ਕਿਸਾਨ ਆਗੂ ਹੋਣ ਚਾਹੇ ਕਿਸਾਨ ਹੋਣ, ਕਿ ਕਿਸਾਨੀ ਅੰਦੋਲਨ ਨੇ ਕੀਤਾ, ਸਭ ਤੋਂ ਪਹਿਲਾਂ ਤਾਂ ਉਹ ਇਹ ਕਹਿੰਦੇ ਆ ਕਿ ਯਾਰ ਸਾਨੂੰ ਭਾਈਚਾਰਕ ਸਾਂਝ ਦਿੱਤੀ। ਅਸੀਂ ਜਿਹੜੇ ਪਿੰਡਾਂ ਦੇ ਵਿੱਚ ਵੱਟਾਂ ਪਿੱਛੇ ਲੜੀ ਜਾਂਦੇ ਸੀ, ਇੱਥੇ ਆ ਕੇ ਅੱਜ ਅਸੀਂ ਰੋਟੀ ਵੀ ਇੱਕੋ ਥਾਲੀ ਦੇ ਵਿੱਚ ਖਾਂਦੇ ਹਾਂ, ਉਹ ਰੋਟੀ ਵੀ ਇੱਕੋ ਪ੍ਰਾਂਤ ਦੇ ਵਿੱਚ ਜਿਹੜੀ ਹੈਗਾ, ਆਟਾ ਵੀ ਇੱਕੋ ਪ੍ਰਾਂਤ ਦੇ ਵਿੱਚ ਗੁੰਨਦੇ ਹਾਂ। ਤੁਸੀਂ ਕੀ ਮੰਨਦੇ ਹੋ ਕਿ ਕਿਸਾਨੀ ਅੰਦੋਲਨ ਦੀ ਬਖਸ਼ਿਸ਼ ਕੀ ਆ, ਕੀ ਬਖਸ਼ਿਆ ਸਾਨੂੰ? ਕਿਸਾਨੀ ਅੰਦੋਲਨ ਨੇ ਨਾ ਉਹ ਪੁਰਾਣਾ ਦੌਰ ਦਿਖਾਤਾ। ਤੁਹਾਨੂੰ ਯਾਦ ਹੋਣਾ ਆਪਣੇ ਬਚਪਨ 'ਚ ਕਹਿੰਦੇ ਸੀ ਕਿ ਪਰਿਵਾਰ ਹੀ ਨਹੀਂ, ਗਲੀਆਂ 'ਚ ਵੀ ਐਵੇਂ ਹੁੰਦਾ ਸੀ ਕਿ ਸਾਰੇ ਇਕੱਠੇ ਮੰਜੇ ਢਾ ਕੇ ਪੈ ਜਾਂਦੇ ਹੁੰਦੇ ਸੀ। ਮੰਜੇ ਢਾ ਕੇ ਪੈ ਜਾਂਦੇ ਸੀ ਤੇ ਇੱਕੋ ਹੀ ਚੁੱਲ੍ਹੇ 'ਤੇ ਰੋਟੀ ਬਣਦੀ ਸੀ। ਬਿਲਕੁਲ। ਕੋਈ ਰੋਟੀ ਬਣਾ ਰਿਹਾ, ਕੋਈ ਰੋਟੀ ਸਰਵ ਕਰ ਰਿਹਾ ਨਾ, ਸਾਰਾ ਕੁਝ ਐਵੇਂ ਸਾਰੇ ਇਕੱਠੇ ਜੇ ਮਿਲ ਕੇ ਰੋਟੀ ਖਾਂਦੇ ਸੀ। ਉੱਥੇ ਜਾ ਕੇ ਜਦ ਦੇਖਿਆ, ਜਦੋਂ ਜਿਵੇਂ ਕਿ ਅਸੀਂ ਜਿੱਥੇ ਰਹਿੰਦੇ ਸੀ ਉੱਥੇ ਜਿਹੜਾ ਲੰਗਰ ਲੱਗਦਾ ਸੀ, ਜਦੋਂ ਅਸੀਂ ਰੋਟੀ ਖਾਣ ਜਾਂਦੇ ਸੀ, ਅਸੀਂ ਪੁੱਛਦੇ ਸੀ ਬੇਬੇ ਤੁਸੀਂ ਕਿੱਥੋਂ? ਉਹ ਸਾਨੂੰ ਪੁੱਛਦੇ ਸੀ ਤੁਸੀਂ ਕਿੱਥੋਂ? ਕਿ ਇੱਕ ਬੇਬੇ ਕਿਸੇ ਹੋਰ ਪਿੰਡ ਦੀ ਹੈ, ਬਾਪੂ ਜੀ ਕਿਸੇ ਹੋਰ ਪਿੰਡ ਦੇ ਹੈ, ਮਤਲਬ ਅਲੱਗ-ਅਲੱਗ ਪਿੰਡਾਂ ਦੀ ਫੈਮਲੀਜ਼ ਇੱਕ ਚੁੱਲ੍ਹੇ 'ਤੇ ਹੀ ਰੋਟੀ ਬਣਾ ਰਹੇ ਆ, ਇੱਕ ਦੂਸਰੇ ਨੂੰ ਖਿਲਾ ਪਿਲਾ ਰਹੇ ਨੇ ਤੇ ਸਭ ਇੱਕ ਦੂਸਰੇ ਦੀ ਸੇਵਾ ਕਰ ਰਹੇ ਨੇ। ਬਿਲਕੁਲ। ਸਿਰਫ ਇਹ ਨਹੀਂ ਆਇਆ ਕਿ ਗਲੀਆਂ ਦੀ ਹੀ, ਮਤਲਬ ਜਾਂ ਫਿਰ ਇੱਦਾਂ ਕਿ ਜਿਹੜੇ ਆਪਸੀ ਰਿਸ਼ਤਿਆਂ 'ਚ ਕੋਈ ਤਣਾਅ ਸੀਗੇ ਉਹ ਠੀਕ ਹੋਏ ਨੇ, ਜਿਹੜੇ ਰਿਲੀਜੀਅਸ ਡਿਫਰੈਂਸਿਸ ਸੀ ਉਹ ਵੀ ਠੀਕ ਹੋਏ ਨੇ। ਰਿਲੀਜੀਅਸ ਡਿਫਰੈਂਸ ਠੀਕ ਹੋਏ। ਕਿਉਂਕਿ ਤੁਹਾਨੂੰ ਮੈਂ ਦੱਸਿਆ, ਜਦੋਂ ਮੈਂ ਜਾਣਾ ਨਾ ਕਿਸੇ ਬਾਪੂ ਜੀ ਕੋਲ, ਉਹਨਾਂ ਨੇ ਦੇਖ ਕੇ ਕਿ ਮੁਸਲਿਮ ਧੀ ਆਈ ਹੈ, ਧੀਏ ਤੂੰ ਮੁਸਲਮਾਨ ਆ? ਮੈਂ ਕਹਿੰਦੀ ਸੀ ਹਾਂਜੀ। ਬਸ ਉਹ 47 ਵਾਲਾ ਦੌਰ ਯਾਦ ਆ ਜਾਣਾ, ਕਿਸੇ ਬਾਪੂ ਜੀ ਨੂੰ ਆਪਣਾ ਦੋਸਤ ਯਾਦ ਆ ਜਾਣਾ, ਕਿਸੇ ਨੂੰ ਯਾਦ ਆ ਜਾਣਾ ਸਾਡਾ ਮੁਸਲਿਮ ਪਰਿਵਾਰ ਨਾਲ ਬਹੁਤ ਪਿਆਰ ਸੀ। ਮਤਲਬ ਉਹ ਪੁਰਾਣੀ ਮੈਮਰੀਜ਼ ਆ ਜਾਣੀਆਂ ਵਾਪਸ। ਬਹੁਤ ਬਾਪੂ ਜੀ ਟੁੱਟ ਵੀ ਜਾਂਦੇ ਹੁੰਦੇ ਸੀ ਵੀ ਸਾਡੇ ਦੋਸਤ ਵਿਛੜ ਗਏ। ਕਿਉਂਕਿ ਪਹਿਲਾਂ ਇੱਦਾਂ ਹੁੰਦਾ ਸੀ ਕਿ ਧਰਮ ਦਾ, ਜਾਤ ਪਾਤ ਦਾ ਕੋਈ ਡਿਫਰੈਂਸ ਨਹੀਂ ਹੁੰਦਾ ਸੀ। ਜਦੋਂ ਕੋਈ ਮੇਰੇ ਘਰ ਦੇ ਨਾਲ ਰਹਿ ਰਿਹਾ ਤਾਂ ਉਹ ਮੇਰਾ ਭਰਾ ਹੈ। ਬਿਲਕੁਲ। ਤੇ ਉਹ ਤਾਂ ਫਿਰ ਹੁਣ ਕਿਸੇ ਵੀ ਧਰਮ ਤੋਂ, ਹੁਣ ਇਹ ਜਿਹੜਾ ਕਿਸਾਨ ਸੰਘਰਸ਼ ਆ ਨਾ, ਇਹ ਹੁਣ ਧਰਮਾਂ ਜਾਤਾਂ ਤੋਂ ਉੱਠ ਕੇ, ਆਪਣੀ ਲੜਾਈਆਂ ਤੋਂ ਉੱਠ ਕੇ ਹੁਣ ਇੱਕ ਲੈਵਲ ਦਾ ਸੰਘਰਸ਼ ਆ ਗਿਆ। ਮਤਲਬ ਯੂਨਿਟੀ, ਚਾਹੇ ਉਹ ਕੋਈ ਮੁਸਲਿਮ ਹੈ, ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਕਿਸੇ ਵੀ ਧਰਮ ਤੋਂ ਹੈ, ਉਹਨਾਂ ਨੇ ਉਹਨਾਂ ਦਾ ਸਭ ਦਾ ਸਾਂਝਾ ਮਸਲਾ ਹੈ। ਬਿਲਕੁਲ। ਖੇਤਾਂ ਦਾ ਮਸਲਾ, ਕਿਸਾਨੀ ਦਾ ਮਸਲਾ, ਕਿਸਾਨੀ ਬਚਾਉਣੀ ਆ, ਖੇਤੀ ਬਚਾਉਣੀ ਆ। ਬਿਲਕੁਲ। ਕਿਉਂਕਿ ਜਦੋਂ ਸਾਡੇ ਕੋਲ ਸਾਡੇ ਖੇਤ ਹੀ ਨਹੀਂ ਰਹਿਣਗੇ, ਫਿਰ ਸਾਡੇ ਕੋਲ ਕੀ ਰਹਿ ਜਾਏਗਾ? ਬਿਲਕੁਲ। ਹੁਣ ਮੈਨੂੰ ਕਹਿ ਦਿੰਦੇ ਸੀ ਤੂੰ ਤਾਂ ਮੁਸਲਮਾਨ ਆ, ਤੂੰ ਕੀ ਕਰਨ ਜਾ ਰਹੀ ਹੈ? ਮੈਂ ਕਿਹਾ ਮੈਂ ਰੋਟੀ ਨਹੀਂ ਖਾਂਦੀ। ਜੇ ਮੇਰਾ ਵਾਹ ਵਾਸਤਾ ਖੇਤਾਂ ਨਾਲ ਨਹੀਂ ਹੈ ਡਾਇਰੈਕਟਲੀ, ਇਨਡਾਇਰੈਕਟਲੀ ਤਾਂ ਹੈ। ਬਿਲਕੁਲ। ਜੇ ਡਾਇਰੈਕਟਲੀ ਮੈਂ ਕਿਸਾਨ ਦੀ ਫੈਮਿਲੀ ਤੋਂ ਨਹੀਂ ਹਾਂ, ਇਨਡਾਇਰੈਕਟਲੀ ਤਾਂ ਹੈਗੀ ਆ। ਮੈਂ ਕਿਹਾ ਉਹਨੇ ਤਾਂ ਤੁਹਾਡੇ ਰਿਸ਼ਤੇਦਾਰ ਨਹੀਂ ਹੋਣੇ ਜਿੰਨੇ ਮੇਰੇ ਬਣ ਗਏ। ਮੈਂ ਤਾਂ ਸਿੰਘੂ ਬਾਰਡਰ 'ਤੇ ਵੀ ਜਾਏ, ਮੈਂ ਤਾਂ ਦਿੱਲੀ ਬਾਰਡਰ, ਟਿਕਰੀ ਬਾਰਡਰ 'ਤੇ ਵੀ ਜਾਏ, ਮੈਂ ਤਾਂ ਪੰਜਾਬ ਦੇ ਵੀ ਅਲੱਗ-ਅਲੱਗ ਮੋਰਚਿਆਂ 'ਤੇ ਜਾਏ। ਮੈਂ ਕਿਹਾ ਮੇਰੀਆਂ ਤਾਂ ਬਹੁਤ ਫੈਮਲੀਜ਼ ਬਣ ਗਈਆਂ, ਮੈਨੂੰ ਤਾਂ ਬਹੁਤ ਫੈਮਲੀਜ਼ ਮਿਲ ਗਈਆਂ। ਮੈਂ ਕਿਹਾ ਮੈਨੂੰ ਤਾਂ ਕਿੰਨਾ ਪਿਆਰ ਮਿਲਦਾ। ਬਿਲਕੁਲ। ਅੱਛਾ, ਜਦੋਂ ਤੁਸੀਂ ਇਹ ਫੈਸਲਾ ਲੈਂਦੇ ਹੋ ਕਿ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਜਾਣਾ, ਪਰਿਵਾਰ ਦਾ ਰਿਸਪੌਂਸ ਕਿੱਦਾਂ ਹੁੰਦਾ? ਪਰਿਵਾਰ ਸੁਖਾਲਿਆ ਆਖ ਦਿੰਦਾ? ਹਾਲਾਂਕਿ ਅਸੀਂ ਤੁਹਾਨੂੰ ਜਿਹੜਾ ਵੱਖ-ਵੱਖ ਪੰਜਾਬ ਦੇ ਮੋਰਚਿਆਂ 'ਤੇ ਜਿਹੜਾ ਆ ਦੇਖਦੇ ਹਾਂ, ਚਾਹੇ ਉਹ ਕਿਸਾਨੀ ਅੰਦੋਲਨ ਦਾ ਹੋਵੇ, ਚਾਹੇ ਉਹ ਕਹਿੰਦਾ ਕਿ ਹੱਕ ਦੀ ਆਵਾਜ਼ ਜਿਹੜੀ ਹੋਵੇ, ਪਰਿਵਾਰ ਦਾ ਰਿਸਪੌਂਸ ਕਿੱਦਾਂ ਸੀ? ਪਰਿਵਾਰ ਨੇ ਕਹਿਤਾ ਸੀ ਕਿ ਧੀਏ ਤੂੰ ਚੱਲ ਜਾ ਇਸ ਮੋਰਚੇ ਦੇ ਉੱਪਰ? ਨਹੀਂ, ਇੱਦਾਂ ਨਹੀਂ। ਪਹਿਲਾਂ ਉਹਨਾਂ ਨੇ ਪੁੱਛਿਆ ਸੀ ਕਿ ਗੱਲ ਕੀ ਆ, ਮਤਲਬ ਉਹਨਾਂ ਨੂੰ ਪਤਾ ਸੀ, ਮਤਲਬ ਓਬਵੀਅਸਲੀ ਅਸੀਂ ਨਿਊਜ਼ ਦੇਖਦੇ ਸੀ ਸਭ ਕੁਝ, ਪਰ ਉਹਨਾਂ ਨੇ ਪੁੱਛਿਆ ਕਿ ਤੂੰ ਕਿਉਂ ਜਾਣਾ ਚਾਹੁੰਦੀ ਆ? ਕਿਉਂਕਿ ਜੇ ਦੇਖਿਆ ਜਾਏ, ਹੁਣ
ਇਹ ਖੇਤੀ ਦਾ ਮਸਲਾ ਹੈ ਨਾ। ਹੁਣ ਜੇ ਡਾਇਰੈਕਟਲੀ ਤਾਂ ਇਹ ਫਾਰਮਰਸ ਨੂੰ ਹੀ ਇਫੈਕਟ ਕਰ ਰਿਹਾ ਨਾ, ਕਿਉਂਕਿ ਖੇਤ ਕਿਸਾਨਾਂ ਦੇ ਨੇ। ਬਿਲਕੁਲ ਬਿਲਕੁਲ। ਤਾਂ ਉਹਨਾਂ ਨੇ ਪੁੱਛਿਆ ਕਿ ਤੂੰ ਕਿਉਂ ਜਾਣਾ ਚਾਹੁੰਦੀ ਹੈ, ਇਹ ਇੱਕ ਇੰਟਰਸਟਿੰਗ ਕੁਐਸਚਨ ਹੈ ਪੁੱਛਣਾ। ਮੈਂ ਕਿਹਾ ਕਿ ਰੋਟੀ, ਮੈਂ ਕਿਹਾ ਬਚਪਨ 'ਚ ਨਾ ਸਾਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜੇ ਆਪਾਂ ਨੂੰ ਕੋਈ ਰੋਟੀ ਦਾ ਇੱਕ ਨਿਵਾਲਾ ਵੀ ਦਿੰਦਾ ਨਾ, ਉਹਦਾ ਆਪਣੇ ਸਿਰ ਇੰਨਾ ਬੜਾ ਅਹਿਸਾਨ ਹੁੰਦਾ ਕਿ ਅਸੀਂ ਉਹਦਾ ਅਹਿਸਾਨ ਨਹੀਂ ਕਦੇ ਦੇ ਸਕਦੇ, ਸਾਰੀ ਉਮਰ ਨਹੀਂ ਉਹਦਾ ਅਹਿਸਾਨ ਦੇ ਸਕਦੇ। ਮੈਂ ਕਿਹਾ ਕਿ ਆਪਾਂ ਤਾਂ ਰੋਜ਼ ਹੀ ਉਹੀ ਕਿਸਾਨ ਦੀ ਦਿੱਤੀ ਹੋਈ ਰੋਟੀ ਖਾਂਦੇ ਹਾਂ। ਮੈਂ ਕਿਹਾ ਠੀਕ ਹੈ, ਰਿਜ਼ਕ ਰੱਬ ਦਿੰਦਾ, ਪਰ ਉਗਾ ਕੌਣ ਰਿਹਾ? ਆਪਣੇ ਕਿਸਾਨ ਉਗਾ ਰਹੇ। ਬਿਲਕੁਲ। ਮੈਂ ਕਿਹਾ ਆਪਾਂ ਸੋਚਦੇ ਹੁੰਦੇ ਆ ਵੀ ਆਪਾਂ ਆਪਣੇ ਦਾਦੀ ਦਾਦੂ ਨੂੰ ਕਿੰਨਾ ਹੀ ਮਤਲਬ ਨਾ ਬਿਲਕੁਲ ਬੈੱਡ 'ਤੇ ਬਿਠਾ ਕੇ ਰੱਖੀਏ, ਇਹਨਾਂ ਤੋਂ ਕੰਮ ਨਹੀਂ ਕਰਾਉਣਾ। ਮੈਂ ਕਿਹਾ ਉਹ ਜਿਹੜੇ ਬਾਪੂ ਖੇਤਾਂ 'ਚ ਹੁੰਦੇ ਆ, ਜਿਹੜੇ ਅੱਜ ਮੋਰਚਿਆਂ 'ਤੇ ਬੈਠੇ ਆ, ਮੈਂ ਕਿਹਾ ਸਾਡੇ ਭਰਾ ਜਿਨ੍ਹਾਂ ਨੇ ਸਕੂਲ ਜਾਣਾ ਸੀ, ਕਾਲਜ ਜਾਣਾ ਸੀ, ਉਹ ਅੱਜ ਬੈਠੇ ਆ ਮੋਰਚਿਆਂ 'ਤੇ। ਜਿਹੜੇ ਸਾਡੇ ਬਾਪੂ ਜੀ ਜਿਨ੍ਹਾਂ ਨੇ ਆਪਣੇ ਘਰ ਦੇਖਣੇ ਸੀ, ਆਪਣਾ ਪਰਿਵਾਰ ਦੇਖਣਾ ਸੀ, ਆਪਣੇ ਬੱਚਿਆਂ ਨੂੰ ਦੇਖਣਾ ਸੀ, ਅੱਜ ਉਹ ਮੋਰਚਿਆਂ 'ਤੇ ਬੈਠੇ ਆ। ਬਿਲਕੁਲ। ਸਿਰਫ ਮਰਦ ਹੀ ਨਹੀਂ ਬੈਠੇ, ਔਰਤਾਂ ਵੀ ਬੈਠੀਆਂ। ਔਰਤਾਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਬੈਠੀਆਂ। ਮੈਂ ਕਿਹਾ ਜੇ ਉਹ ਬੈਠੀ, ਮੈਂ ਕਿਹਾ ਆਪਾਂ ਵੀ ਬੈਠਾਂਗੇ, ਆਪਾਂ ਵੀ ਜਾਵਾਂਗੇ, ਕਿਉਂਕਿ ਉਹ ਸਾਡੀ ਫੈਮਲੀਜ਼ ਹੈ। ਐਂਡ ਬਾਕੀ ਮੈਂ ਟਿਕਰੀ ਬਾਰਡਰ ਗਈ, ਮੈਂ ਸਿੰਘੂ ਬਾਰਡਰ ਗਈ, ਮੈਂ ਪੰਜਾਬ ਦੇ ਵੱਖ-ਵੱਖ ਮੋਰਚਿਆਂ 'ਤੇ ਗਈ। ਮੈਨੂੰ ਇਹ ਲੱਗਦਾ ਸੀ ਮੈਂ ਆਪਣੇ ਪਰਿਵਾਰ ਨਾਲ ਬੈਠੀ ਹਾਂ ਅਤੇ ਅਸੀਂ ਆਪਣੇ ਹੱਕ ਲੈ ਕੇ ਹੀ ਮੁੜਨਾ ਜੀ। ਅੱਛਾ, ਜਦੋਂ ਇੱਥੋਂ ਗਏ ਹੋ ਕੀ ਸੋਚ ਕੇ ਗਏ ਸੀ? ਜਦੋਂ ਉੱਥੇ ਜਾ ਕੇ ਦੇਖਿਆ ਮਾਹੌਲ ਕਿੱਦਾਂ ਦਾ ਮਿਲਿਆ? ਇੱਥੋਂ ਜਦੋਂ ਜਾਣਾ ਸੀ ਪੰਜਾਬ ਤੋਂ, ਇੱਕ ਤਰ੍ਹਾਂ ਦਾ ਡਰ ਸੀ। ਡਰ ਇਹ ਨਹੀਂ ਸੀ ਕਿ ਉੱਥੇ ਜਾ ਕੇ ਮਾਰ ਦਿੱਤਾ ਜਾਏਗਾ ਜਾਂ ਫਿਰ ਮਤਲਬ ਕੁਛ ਵੀ ਨਾ ਕਿ ਅਰੈਸਟ ਕਰ ਲੈਣਗੇ ਜਾਂ ਕੁਛ ਵੀ ਨਹੀਂ। ਇਹ ਸੀ ਕਿ ਮਾਹੌਲ ਕਿੱਦਾਂ ਦਾ, ਕਿਉਂਕਿ ਮੀਡੀਆ ਨੇ ਜੋ ਦਿਖਾਇਆ ਸੀ ਉਹ ਇਹ ਦਿਖਾਇਆ ਸੀ ਕਿ ਬਾਰਡਰ 'ਤੇ ਤਾਂ ਹੁਣ ਕੋਈ ਰਿਹਾ ਹੀ ਨਹੀਂ। ਬਿਲਕੁਲ। 26 ਵਾਲਾ ਜੋ ਇੰਸੀਡੈਂਟ ਹੋਇਆ, 26 ਤੋਂ ਪਹਿਲਾਂ ਮੈਂ ਦਿੱਲੀ ਮੋਰਚੇ 'ਤੇ ਨਹੀਂ ਗਈ, ਪਰ ਪੰਜਾਬ 'ਚ ਮੇਰਾ ਪਾਰਟੀਸਿਪੇਸ਼ਨ ਸੀ। 26 ਦਾ ਜਿਹੜਾ ਮੀਡੀਆ ਨੇ ਦਿਖਾਇਆ ਕਿ ਉੱਥੇ ਸਿੰਘੂ ਬਾਰਡਰ 'ਤੇ ਜਾਂ ਟਿਕਰੀ ਬਾਰਡਰ 'ਤੇ ਤਾਂ ਹੈ ਹੀ ਨਹੀਂ ਲੋਕ, ਇੱਕ ਡਿਸਅਪੋਇੰਟਮੈਂਟ ਜੀ ਹੋ ਰਹੀ ਸੀ ਕਿ ਵਾਕਈ ਲੋਕ ਨਹੀਂ ਹੈ। ਅਤੇ ਉਹਨਾਂ ਨੇ ਕਿਹਾ ਕਿ ਹੁਣ ਮੋਰਚਿਆਂ 'ਤੇ ਬਹੁਤ ਡਰ ਹੈ। ਡਰ ਇਸ ਤਰ੍ਹਾਂ ਦਾ ਕਿ ਇੱਥੇ ਮਤਲਬ ਅਣਪਛਾਤੇ ਲੋਕ ਆ ਰਹੇ, ਗੁੰਡੇ ਆ ਰਹੇ, ਮਤਲਬ ਇੱਦਾਂ ਦੀਆਂ ਨਿਊਜ਼, ਮਤਲਬ ਰਿਊਮਰ ਸਪਰੈਡ ਕਰਨੀਆਂ। ਫਿਰ ਵੀ ਸਾਨੂੰ ਤਾਂ ਇਹੀ ਸੀ ਕਿ ਅਸੀਂ ਸਭ ਨਾਲ ਜਾ ਰਹੇ, ਕੋਈ ਗੱਲ ਨਹੀਂ। ਮੈਂ ਕਿਹਾ ਜਦੋਂ ਅਸੀਂ ਇੱਕ ਨੇਕ ਕੰਮ ਲਈ ਨਿਕਲੇ, ਅਸੀਂ ਬਿਲਕੁਲ ਠੀਕ ਠਾਕ ਉੱਥੇ ਪਹੁੰਚਾਂਗੇ ਅਤੇ ਅਸੀਂ ਆਪਣਾ ਕੰਮ ਕਰਾਂਗੇ ਵੀ ਅਤੇ ਅਸੀਂ ਆਰਾਮ ਨਾਲ ਵਾਪਸ ਵੀ ਆ ਜਾਵਾਂਗੇ। ਬਿਲਕੁਲ। ਜਦੋਂ ਮੈਂ ਉੱਥੇ ਗਈ ਹਾਂ, ਉੱਥੇ ਤਾਂ ਮਾਹੌਲ ਹੀ ਮਤਲਬ ਡਿਫਰੈਂਟ। ਜਦੋਂ ਮੈਂ ਉੱਥੇ ਜਾ ਕੇ ਗਈ ਹਾਂ, ਮੈਂ ਕਿ ਹੁਣ ਨਹੀਂ ਮੈਂ ਵਾਪਸ ਜਾਣਾ, ਮੈਂ ਤਾਂ ਸਿੱਧਾ ਹੀ ਜਾ ਕੇ ਕਹਿਤਾ। ਐਂਡ ਤੁਸੀਂ ਇਹ ਦੇਖੋ ਕਿ ਜਦੋਂ ਮੈਂ ਮਤਲਬ ਅਸੀਂ ਟੀਮ 'ਚ ਜਦੋਂ ਗਏ ਨਾ, ਅਸੀਂ ਨਹੀਂ ਕਿਸੇ ਨੂੰ ਵੀ ਜਾਣਦੇ ਸੀ ਐਡਵੋਕੇਟਸ। ਅਸੀਂ ਜਦੋਂ ਮਿਲੇ ਅਸੀਂ ਉਦੋਂ ਹੀ ਸਭ ਨੂੰ ਇੱਕ ਦੂਸਰੇ ਨੂੰ ਜਾਣਨ ਲੱਗਿਆ। ਅਤੇ ਮੇਰੇ ਨਾਲ ਜਿੰਨੇ ਵੀ ਐਡਵੋਕੇਟ ਸੀ ਨਾ, ਕਹਿੰਦੇ ਅਸੀਂ ਤਾਂ ਫੇਰ ਵੀ ਚਲੇ ਜਾਵਾਂਗੇ ਕੋਰਟ, ਇਹਨੇ ਨਹੀਂ ਜਾਣਾ, ਤਾਨਿਆ ਨੇ ਵਾਪਸ ਨਹੀਂ ਜਾਣਾ। ਐਂਡ ਸੀਰੀਅਸਲੀ ਮੇਰੇ ਵਰਡਸ ਵੀ ਇਹੀ ਸੀ। ਮੈਂ ਕਿਹਾ ਮੈਂ ਨਹੀਂ ਹੁਣ ਵਾਪਸ ਜਾਣਾ। ਕਹਿੰਦੇ ਕਿਉਂ? ਮੈਂ ਕਿਹਾ ਮੈਂ ਤਾਂ ਹੁਣ ਇੱਥੇ ਹੀ ਰਹੂੰ, ਮੈਨੂੰ ਤਾਂ ਬਹੁਤ ਪਿਆਰ ਮਿਲ ਗਿਆ। ਮੈਂ ਕਿਹਾ ਮੈਨੂੰ ਤਾਂ ਲੱਗ ਰਿਹਾ ਸੀ ਕਿ ਮੈਨੂੰ ਘਰ ਦੀ ਯਾਦ ਆਏਗੀ। ਮੈਂ ਕਿਹਾ ਮੈਨੂੰ ਨਹੀਂ ਘਰ ਦੀ ਯਾਦ ਆ ਰਹੀ। ਇਨਫੈਕਟ ਮੇਰੇ ਮੰਮਾ ਨੇ ਵੀ ਫੋਨ ਕਰਨਾ ਨਾ ਕਿ ਠੀਕ ਠਾਕ ਹੋ ਸਭ ਕੁਛ। ਮੈਂ ਕਹਿੰਦੀ ਸੀ ਸਭ ਠੀਕ ਠਾਕ ਹੈ। ਕਹਿੰਦੇ ਫੋਨ ਨਹੀਂ ਲੱਗਦਾ ਹੁੰਦਾ। ਮੈਂ ਕਿਹਾ ਇੱਥੇ ਨਹੀਂ ਹਲੇ ਫੋਨ ਲੱਗਣਾ। ਮੈਂ ਕਿਹਾ ਹਲੇ ਇੱਥੇ ਸਾਨੂੰ ਨੈਟਵਰਕ ਦੀ ਬਹੁਤ ਪ੍ਰੋਬਲਮ ਹੈ। ਮਤਲਬ ਉੱਥੇ ਜਾ ਕੇ ਤਾਂ ਮੈਨੂੰ ਇੱਦਾਂ ਹੀ ਸੀ ਕਿ ਮੈਂ ਇੱਥੇ ਹੀ ਰਹਿਣਾ ਬਸ ਜੀ। ਅੱਛਾ, ਇੱਕ ਜੇਕਰ ਹੁਣ ਦੀ ਗੱਲ ਕਰਾਂ, ਕਿਉਂਕਿ ਅਕਸਰ ਜਦੋਂ ਬਿੱਲਾਂ ਦੀ ਗੱਲ ਹੁੰਦੀ ਆ ਜਾਂ ਜਦੋਂ ਗਲਤ ਪਾਲਿਸੀਆਂ ਦੀ ਗੱਲ ਹੁੰਦੀ ਆ, ਤਾਂ ਹੁਣ ਲੋਕਾਂ ਦੇ ਵਿੱਚ ਵੀ, ਕਿਸਾਨਾਂ ਦੇ ਵਿੱਚ ਵੀ ਇਹ ਗੱਲ ਉੱਠਣ ਲੱਗ ਗਈ ਕਿ ਜੇਕਰ ਜਿਹੜੀ ਰਾਜ ਕਰਦੇ ਨਾ ਸਾਡੇ 'ਤੇ, ਰਾਜਕਰਤਾ ਸ਼੍ਰੇਣੀ ਆ, ਜੇਕਰ ਉੱਥੇ ਸਾਡਾ ਆਪਦਾ ਬੰਦਾ ਹੋਊਗਾ, ਉੱਥੇ ਆਮ ਇਨਸਾਨ ਹੋਊਗਾ, ਤਾਂ ਸ਼ਾਇਦ ਸਾਨੂੰ ਮੋਰਚਿਆਂ 'ਤੇ ਜਾਣ ਦੀ ਜ਼ਰੂਰਤ ਨਹੀਂ ਪੈਣੀ। ਅਸੀਂ ਗੱਲ ਕਹਾਂਗੇ ਅਤੇ ਸਾਡੀ ਗੱਲ ਮੰਨ ਲਈ ਜਾਊਗੀ। ਤੁਸੀਂ ਕੀ ਮੰਨਦੇ ਹੋ? ਖਾਸ ਕਰ ਮੈਂ ਕਹੂੰਗਾ ਕਿ ਨੌਜਵਾਨ ਪੀੜ੍ਹੀ ਕੀ ਚਾਹੁੰਦੀ ਆ, ਕੀ ਮੰਨਦੀ ਆ ਕਿ ਬਦਲ ਜਿਹੜਾ ਰਾਜਨੀਤੀ ਦੇ ਵਿੱਚ ਹੋਣਾ ਚਾਹੀਦਾ ਆ? ਜੇ ਪੋਲੀਟਿਕਸ ਬਿਲਕੁਲ ਠੀਕ ਹੁੰਦੀ, ਜੇ ਪੋਲੀਟੀਸ਼ੀਅਨਸ ਇੰਨੇ ਹੀ ਵਧੀਆ ਹੁੰਦੇ, ਅੱਜ ਅਸੀਂ ਸੜਕਾਂ 'ਤੇ ਬੈਠੇ ਹੁੰਦੇ। ਬਿਲਕੁਲ। ਸਾਰੀ ਸਟੇਟਸ ਨੂੰ ਛੱਡ ਕੇ, ਐਕਸੈਪਸ਼ਨ ਰੱਖ ਕੇ ਪੰਜਾਬ ਸਟੇਟ ਦੀ ਗੱਲ ਕਰ ਲੈਂਦੇ ਹਾਂ। ਪੰਜਾਬ ਦੇ ਜਿਹੜੇ ਮੰਤਰੀ ਨੇ, ਇਹਨਾਂ ਨੇ ਵੀ ਹਾਮੀ ਭਰੀ ਕਿ ਬਿੱਲ ਬਿਲਕੁਲ ਠੀਕ ਨੇ, ਬਿਲਕੁਲ ਫਾਇਦੇਮੰਦ ਨੇ। ਇਹਨਾਂ ਨੇ ਬਿਲਕੁਲ ਹਾਮੀ ਭਰੀ ਹੈ ਕਿ ਚਲੋ ਠੀਕ ਹੈ, ਪਾਸ ਹੋ ਗਿਆ, ਹੈ ਨਾ, ਕਾਨੂੰਨ ਬਣ ਗਿਆ। ਜੇ ਇਹੀ ਗੱਲ ਹੁੰਦੀ ਕਿ ਪੋਲੀਟਿਕਸ 'ਚ ਜਾ ਕੇ ਕੁਛ ਠੀਕ ਹੋ ਸਕਦਾ, ਤਾਂ ਉਹਨਾਂ ਨੇ ਹੀ ਠੀਕ ਕਰ ਦੇਣਾ ਸੀ। ਉਹਨਾਂ ਨੇ ਕੁਛ ਠੀਕ ਕੀਤਾ? ਪੋਲੀਟਿਕਸ, ਮੈਨੂੰ ਨਹੀਂ ਲੱਗਦਾ ਕਿ ਪੋਲੀਟਿਕਸ 'ਚ ਜਾਣ ਨਾਲ ਜਾਂ ਪੋਲੀਟੀਸ਼ੀਅਨ ਬਣਨ ਨਾਲ ਅਸੀਂ ਕਿਸੇ ਵੀ ਮਸਲੇ ਦਾ ਹੱਲ ਕਰ ਸਕਦੇ ਹਾਂ। ਕਿਉਂਕਿ ਜਿੰਨੇ ਪੋਲੀਟੀਸ਼ੀਅਨਸ ਗਏ ਨੇ, ਜਦ ਉਹਨਾਂ ਨੇ ਸਾਡੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ, ਅਸੀਂ ਕਿਸੇ ਨਵੇਂ ਉਮੀਦਵਾਰ ਤੋਂ ਕੀ ਐਕਸਪੈਕਟ ਕਰ ਸਕਦੇ ਹਾਂ? ਸਾਨੂੰ ਤਾਂ ਅਸੀਂ ਸੈਂਟਰਲ ਗਵਰਨਮੈਂਟ ਨੂੰ ਨਹੀਂ ਕਹਿ ਰਹੇ, ਪਹਿਲਾਂ ਸਾਡੀ ਸਟੇਟ ਗਵਰਨਮੈਂਟ ਨੇ ਹੀ ਸਾਨੂੰ ਬਰਬਾਦ ਕੀਤਾ। ਸਾਡੇ ਅੱਜ ਬਾਪੂ ਸੜਕਾਂ 'ਤੇ ਬੈਠੇ ਆ।
ਜਿਨ੍ਹਾਂ ਨੇ ਅੱਜ ਆਰਾਮ ਕਰਨਾ ਸੀ, ਜਿਨ੍ਹਾਂ ਦੀ ਆਰਾਮ ਕਰਨ ਦੀ ਉਮਰ ਹੈ, ਅੱਜ ਉਹ ਸੜਕਾਂ ਤੇ ਧਰਨਿਆਂ ਤੇ ਜਾ ਕੇ ਬੈਠੇ ਆ। ਸਰਦੀ ਉਹਨਾਂ ਨੇ ਝੇਲੀ ਆ, ਮੀਂਹ ਉਹਨਾਂ ਨੇ ਝੇਲੇ ਆ, ਗਰਮੀ ਉਹ ਝੇਲ ਰਹੇ ਨੇ, ਹਲੇ ਹੋਰ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ। ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਪੋਲੀਟਿਕਸ 'ਚ ਜਾ ਕੇ ਕੁਝ ਵੀ ਹੱਲ ਹੋ ਸਕਦਾ। ਉਹਦੇ 'ਚ ਜਾ ਕੇ ਕਿੱਦਾਂ ਹੱਲ ਹੋ ਸਕਦਾ? ਜਾਂ ਤਾਂ ਫਿਰ ਮਤਲਬ ਪੋਲੀਟਿਕਸ 'ਚ ਜਾ ਕੇ ਇੱਕ ਪੋਲੀਟੀਸ਼ੀਅਨ ਨੂੰ ਉਹ ਰੂਲਸ ਮੰਨਣੇ ਪੈਣੇ ਆ ਜੋ ਕਿ ਇੱਕ ਕਾਮਨ ਮੈਨ ਲਈ ਹਾਨੀਕਾਰਕ ਨੇ, ਜਾਂ ਫਿਰ ਉਹਨੂੰ ਆਪਣੀ ਗੱਦੀ ਛੱਡਣੀ ਪਏਗੀ। ਅੱਛਾ, ਇਹ ਇਦਾਂ ਦੀਆਂ ਚੀਜ਼ਾਂ ਵੀ ਹੋ ਸਕਦੀਆਂ ਕਿ ਜਦੋਂ ਅਸੀਂ ਅਕਸਰ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ, ਆਮ ਲੋਕਾਂ ਦੇ ਵਿੱਚ ਵਿਚਰਦੇ ਹਾਂ, ਉਹ ਕਹਿੰਦੇ ਕਿ ਜੇਕਰ ਇਹਨਾਂ ਦਾ MLA ਨੇ ਜਦੋਂ ਬਣਨਾ, MP ਬਣਨਾ, ਤਾਂ ਇਹਨਾਂ ਦਾ ਕਿਉਂ ਨਹੀਂ ਪੇਪਰ ਹੋਣਾ ਚਾਹੀਦਾ? ਅਸੀਂ ਕੋਈ PM ਦੀ ਪੋਸਟ ਵੀ ਸਰਕਾਰੀ ਲੈਣੀ ਆ, PM ਦੀ ਪੋਸਟ ਦੇ ਲਈ ਵੀ ਸਾਨੂੰ ਜਿਹੜਾ ਪੇਪਰ ਚਾਹੀਦਾ, ਪਰ ਜੇਕਰ MLA MP ਬਣਨਾ ਤਾਂ ਉਹਨਾਂ ਦੇ ਲਈ ਕਿਉਂ ਨਹੀਂ? ਕਿਉਂਕਿ ਪਤਾ ਤਾਂ ਲੱਗੇ ਜਿਹੜਾ ਸਾਡੇ ਤੇ ਰਾਜ ਕਰ ਰਿਹਾ, ਰਾਜਕਰਤਾ ਸ਼੍ਰੇਣੀਆਂ, ਉਹ ਐਲੀਜੀਬਲ ਕਿੰਨੀ ਇਹ ਚੀਜ਼ ਤਾਂ ਹੋਣੀ ਲਾਜ਼ਮੀ ਹੈ। ਐਲੀਜੀਬਿਲਟੀ ਤਾਂ ਬਿਲਕੁਲ ਜ਼ਰੂਰੀ ਹੈ। ਐਲੀਜੀਬਿਲਟੀ ਕਿਉਂ ਜ਼ਰੂਰੀ ਹੈ? ਸਾਨੂੰ ਪਤਾ ਤਾਂ ਲੱਗੇ ਜਿਹੜੀਆਂ ਸਰਕਾਰਾਂ ਰਾਜ ਕਰਨਗੀਆਂ ਉਹਨਾਂ ਦੀ ਮਤਲਬ ਸਮਝ ਕਿੰਨੀ ਹੈ। ਬਿਲਕੁਲ। ਇੱਕ ਟਾਈਮ ਤੇ ਤਾਂ ਸਰਕਾਰਾਂ ਨੇ ਇਹ ਕਹਿਤਾ ਵੀ ਹਾਂ ਇਹ ਇੱਕ ਵਾਰ ਇਹਨਾਂ ਨੂੰ ਹੀ ਲੈ ਲੈਂਦੇ ਆ, ਖੇਤੀ ਕਾਨੂੰਨਾਂ ਨੂੰ। ਇਹਨਾਂ ਨੇ ਕਿਹਾ ਵੀ ਇਹ ਬਿੱਲ ਬਹੁਤ ਵਧੀਆ ਨੇ। ਉੱਪਰੋਂ ਸਰਕਾਰਾਂ ਕਹਿ ਰਹੀਆਂ ਹਮਾਰੇ ਕਿਸਾਨ ਭਾइयों को बिल समझ नहीं आ रहे। ना स्टेट गवर्नमेंट समझा रही है भी फार्मर्स ਨੂੰ ਕਿਉਂ ਨਹੀਂ ਸਮਝ ਆਏ, ਨਾ ਸੈਂਟਰਲ ਗਵਰਨਮੈਂਟ ਦੱਸ ਰਹੀ ਹੈ ਵੀ ਕਿਸਾਨਾਂ ਨੂੰ ਕਿਉਂ ਨਹੀਂ ਸਮਝ ਆਏ, ਹੈ ਨਾ। ਬਿਲਕੁਲ। ਇੱਕ ਵਰਬਲੀ ਗੱਲ ਕਰ ਦੇਣੀ। ਤੁਸੀਂ ਇਹ ਦੇਖੋ ਕੋਵਿਡ-19 ਦਾ ਦੌਰ ਚੱਲ ਰਿਹਾ ਸੀ। ਬਿਲਕੁਲ। ਉਸ ਟਾਈਮ ਸ਼ਹੀਨ ਬਾਗ ਤਾਂ ਉਹਨਾਂ ਨੂੰ ਦਿੱਲੀ 'ਚ ਮੋਰਚਾ ਬੰਦ ਕਰਨਾ ਤਾਂ ਯਾਦ ਰਹਿ ਗਿਆ ਵੀ ਸ਼ਹੀਨ ਬਾਗ 'ਚ ਕੋਈ ਨਹੀਂ ਬੈਠੇਗਾ, ਪਰ ਇਹਨਾਂ ਨੂੰ ਉਹ ਬਿੱਲ ਪਾਸ ਕਰਨੇ ਯਾਦ ਰਹਿ ਗਏ। ਇਹਨਾਂ ਨੇ ਇੱਕ ਬੰਦ ਕਮਰਿਆਂ 'ਚ ਬਿੱਲ ਬਣਾਏ, ਉਹ ਵੀ ਉਹ ਮੰਤਰੀਆਂ ਨੇ ਬਿੱਲ ਬਣਾਏ ਜਿਨ੍ਹਾਂ ਦਾ ਖੇਤੀ ਨਾਲ ਕੋਈ ਵਾਹ ਵਾਸਤਾ ਨਹੀਂ। ਬਿਲਕੁਲ। ਤੇ ਹੁਣ ਉਹ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਅਸੀਂ ਫਾਇਦੇ ਸਮਝਾਵਾਂਗੇ। ਤੁਸੀਂ ਇੱਕ ਵਾਰ ਮੀਟਿੰਗ ਕਰਕੇ ਦੇਖ ਲਓ, ਤੁਹਾਨੂੰ ਕਿਸਾਨ ਹੀ ਦੱਸ ਦੇਣਗੇ ਸਾਡੇ ਕੀ ਨੁਕਸਾਨ ਹੋਣਗੇ। ਬਿਲਕੁਲ। ਕਿਉਂਕਿ ਸਰਕਾਰ ਸਾਡਾ ਫਾਇਦਾ ਨਹੀਂ ਕਰ ਰਹੀ, ਸਰਕਾਰ ਕਾਮਨ ਮੈਨ ਦਾ ਫਾਇਦਾ ਨਹੀਂ ਕਰ ਰਹੀ, ਸਰਕਾਰ ਕਰ ਰਹੀ ਹੈ ਕਾਰਪੋਰੇਟਸ ਦਾ ਫਾਇਦਾ। ਬਿਲਕੁਲ। ਕਾਰਪੋਰੇਟਸ ਦੇ ਫਾਇਦੇ ਨਾਲ ਫਿਰ ਮਹਿੰਗਾਈ ਵਧਣੀ ਹੈ, ਮਤਲਬ ਇੰਡਾਇਰੈਕਟਲੀ ਫਰਕ ਤਾਂ ਸਾਰਿਆਂ ਤੇ ਪੈਣਾ, ਸਾਰੀ ਕਮਿਊਨਿਟੀ ਤੇ ਪੈਣਾ, ਚਾਹੇ ਉਹ ਕਿਸਾਨ ਹੈ ਚਾਹੇ ਉਹ ਨਹੀਂ ਹੈ। ਅੱਜ ਜਿਹੜੇ ਲੋਕ ਇਹ ਕਹਿ ਰਹੇ ਨੇ ਵੀ ਕਿਸਾਨਾਂ ਨੇ ਕੀ ਖੱਟ ਲਿਆ, ਉਹਨਾਂ ਦੀ ਜ਼ਮੀਰਾਂ ਹੀ ਮਰੀਆਂ ਹੋਈਆਂ। ਜੇ ਅੱਜ ਅਸੀਂ ਮੋਰਚਿਆਂ ਤੇ ਜਾ ਰਹੇ ਹਾਂ, ਅਸੀਂ ਉਹਨਾਂ ਨੂੰ ਇਹ ਦਿਖਾ ਰਹੇ ਹਾਂ ਵੀ ਅਸੀਂ ਜਾਗਦੀ ਜ਼ਮੀਰਾਂ ਵਾਲੇ ਹਾਂ। ਚਾਹੇ ਅਸੀਂ ਕੁੜੀਆਂ, ਔਰਤਾਂ, ਬੱਚੇ, ਬਜ਼ੁਰਗ ਜੋ ਵੀ ਉੱਥੇ ਜਾ ਰਹੇ, ਸਾਡੇ ਜ਼ਮੀਰ ਜਾਗ ਰਹੇ ਨੇ। ਬਿਲਕੁਲ। ਮਰਨਾ ਹਰ ਇੱਕ ਨੇ ਹੈ। ਬਿਲਕੁਲ। ਫਿਰ ਇੱਦਾਂ ਤਾਂ ਫਿਰ ਜਦੋਂ ਇਹ मतलब कहा गया कि किसान जो धरने पे किसान मरे हैं, अगर वो धरने पे ना होते उन्होंने तो वैसे भी मर जाना था। ये भी प्रचारिया गया, ये भी कहा प्रचारिया गया ना। बिल्कुल। ਇਹ ਕੀ ਗੱਲ ਸੀ? ਮਤਲਬ ਤੁਹਾਨੂੰ ਕਿਸਾਨਾਂ ਦੀ ਸ਼ਹਾਦਤ ਦਾ ਕੋਈ ਦੁੱਖ ਨਹੀਂ ਹੈ। 700 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਹੋ ਗਏ ਤੇ ਤੁਹਾਨੂੰ ਕੋਈ ਮਾਯੂਸੀ ਨਹੀਂ। ਤੁਸੀਂ ਇੱਕ ਵਾਰ ਵੀ ਮਤਲਬ ਤੁਸੀਂ ਇਹ ਦੇਖੋ, ਓਲੰਪਿਕ ਮੈਡਲਸ ਜਦੋਂ ਜਿੱਤ ਕੇ ਆਏ ਖਿਡਾਰੀ, ਉਹਨਾਂ ਨੂੰ ਬਹੁਤ ਆਨਰ ਕੀਤਾ ਗਿਆ, ਉਹਨਾਂ ਦੀ ਬਹੁਤ ਪ੍ਰੇਜ਼ ਕੀਤੀ ਗਈ। ਇੱਥੇ ਤੱਕ ਕਿ PM ਨੇ ਵੀ ਕਾਲ ਕੀਤੀ ਹੈ ਨਾ ਨੀਰਜ ਚੋਪੜਾ ਨੂੰ। ਬਿਲਕੁਲ। ਕਾਲ ਕਰਕੇ ਉਹਨਾਂ ਨੂੰ ਮਤਲਬ ਕਿਹਾ ਕਿ ਤੁਸੀਂ ਬਹੁਤ ਵਧੀਆ ਕੀਤਾ। ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕਿਸਾਨ ਕੀ ਕੁਝ ਝੇਲ ਰਹੇ ਨੇ। ਬਿਲਕੁਲ। ਠੀਕ ਹੈ, ਉਹਨਾਂ ਨੂੰ ਆਨਰ ਕਰਨਾ ਬਣਦਾ ਸੀ, ਉਹਨਾਂ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਪਰ ਜਿਹੜੇ ਕਿਸਾਨ ਸਾਨੂੰ ਫੂਡ ਪ੍ਰੋਵਾਈਡ ਕਰ ਰਹੇ ਆ ਉਹਨਾਂ ਨਾਲ ਗੱਲ ਕਰਨੀ ਨਹੀਂ ਜ਼ਰੂਰੀ ਸੀ। ਉਹਨਾਂ ਨੇ ਇੱਕ ਵੀ ਟਵੀਟ ਨਹੀਂ ਕੀਤੀ। ਚਲੋ ਠੀਕ ਹੈ, ਉਹਨਾਂ ਨੂੰ ਲੱਗਦਾ ਉਹ ਬਿੱਲ ਸਹੀ ਨੇ, ਉਹ ਆਪਣੀ ਗੱਲ ਉੱਥੇ ਰੱਖ ਲੈਣ, ਪਰ ਜਿਹੜੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਆ, ਉਹ ਉਹਨਾਂ ਲਈ ਇੱਕ ਵੀ ਟਵੀਟ ਨਹੀਂ ਕਰ ਸਕਦੇ ਸੀ। ਬਿਲਕੁਲ। ਇਹਨਾਂ ਨੇ ਕਿਹਾ ਕਿ ਮਹਿੰਗਾਈ ਨਹੀਂ ਹੋਏਗੀ, ਕਿ ਅਸੀਂ ਮਤਲਬ ਇਹ ਇੱਕ ਮਤਲਬ ਜਦੋਂ ਅਮਰੀਕਾ ਨੇ ਕਿਹਾ ਕਿ ਕੰਟਰੈਕਟ ਫਾਰਮਿੰਗ ਅਮਰੀਕਾ 'ਚ ਮਤਲਬ ਜਦੋਂ ਅਸੀਂ ਉਹ ਸੋਚਿਆ, ਉਹ ਇੱਕ ਮਤਲਬ ਇੱਕ ਪ੍ਰੋਜੈਕਟ ਸੋਚਿਆ, ਤਾਂ ਉਹ ਸਾਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਕਿੰਨੀ ਮਤਲਬ ਗਰੀਬੀ ਆਏਗੀ, ਸਭ ਕੁਝ। ਫਿਰ ਇੰਡੀਅਨ ਗਵਰਨਮੈਂਟ ਨੂੰ ਕਿਉਂ ਨਹੀਂ ਸਮਝ ਆਇਆ? ਬਿਲਕੁਲ। ਮੈਂ ਇਹੀ ਗੱਲ ਕਰ ਰਿਹਾ ਕਿ ਹੁਣ ਤਾਂ ਦੇਖੋ ਜਿੱਦਾਂ ਹਰ ਘਰ ਦੀ ਆਵਾਜ਼ ਬਣ ਗਈ ਆ। NRI ਦੀ ਗੱਲ ਕਰੀਏ, ਕਿਸਾਨੀ ਅੰਦੋਲਨ ਦੇ ਵਿੱਚ ਵੀ ਆਪਣਾ ਸਾਥ ਦਿੰਦੇ ਨੇ। ਹੁਣ ਜਦੋਂ ਅਮਰੀਕਾ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਨੇ ਜਾਂਦੇ ਨੇ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਦੇ ਲਈ ਜਿਹੜੇ ਜਾਂਦੇ ਨੇ, ਉੱਥੇ ਵੀ ਉਹਨਾਂ ਦਾ ਵਿਰੋਧ ਹੁੰਦਾ। ਹਰ ਜਗ੍ਹਾ 'ਤੇ ਵਿਰੋਧ ਹੁੰਦਾ। ਪਾਰਲੀਮੈਂਟ ਦੀ ਗੱਲ ਕਰ ਲਈਏ, ਉੱਥੇ ਹੀ ਵਿਰੋਧ ਹੁੰਦਾ। ਹਾਲਾਂਕਿ ਚਲੋ ਹੁਣ ਲੀਡਰ ਜਿਹੜੇ ਆ ਬੋਲਣ ਲੱਗ ਗਏ ਕਿਸਾਨਾਂ ਦੇ ਰੋਹ ਕਰਕੇ, ਕਿਸਾਨਾਂ ਦੇ ਰੋਸ ਕਰਕੇ, ਪਰ ਫਿਰ ਸਰਕਾਰ, ਤੁਸੀਂ ਇੱਕ ਐਡਵੋਕੇਟ ਦੇ ਤੌਰ 'ਤੇ ਕੀ ਮੰਨਦੇ ਹੋ ਵੀ ਸਰਕਾਰ ਹਾਲੇ ਕਿੱਥੇ ਫਸੀ ਹੋਈ ਆ? ਕਿਹੜਾ ਗੇਅਰ ਜਿਹੜਾ ਸਰਕਾਰ ਦਾ ਹਾਲੇ ਅੜਿਆ ਬੈਠਾ ਹੈਗਾ? ਤੁਸੀਂ ਇਹ ਦੇਖੋ, ਪ੍ਰਾਈਮ ਮਿਨਿਸਟਰ ਨੇ, ਬਿਲਕੁਲ, ਉਹ ਅਮਰੀਕਾ ਚਲੇ ਜਾਂਦੇ ਆ, ਪਰ ਉਹ ਜਿਹੜੇ ਕੁਝ ਕਿਲੋਮੀਟਰਸ 'ਤੇ
ਕਿਸਾਨ ਬੈਠੇ ਨੇ ਵੱਖ-ਵੱਖ ਮੋਰਚਿਆਂ ਤੇ, ਉਹ ਉਹਨਾਂ ਨੂੰ ਨਹੀਂ ਮਿਲਣ ਜਾ ਸਕਦੇ ਸੀ? ਬਿਲਕੁਲ। ਉਹਨਾਂ ਨਾਲ ਨਹੀਂ ਗੱਲ ਕਰਨ ਜਾ ਸਕਦੇ ਸੀ ਕਿ ਤੁਸੀਂ ਸਾਨੂੰ ਦੱਸੋ ਕਿ ਇਹ ਕਾਨੂੰਨਾਂ 'ਚ ਕਾਲਾ ਕੀ ਹੈ? ਅਸੀਂ ਬੈਠ ਕੇ ਗੱਲ ਕਰਦੇ ਹਾਂ, ਬੈਠ ਕੇ ਮੀਟਿੰਗ ਬਿਠਾਉਂਦੇ ਹਾਂ, ਉਹਦੇ 'ਚ ਜਿੰਨੇ ਮਰਜ਼ੀ ਫਿਰ ਉਹ ਕਿਸਾਨ ਸਰਕਾਰਾਂ ਦੱਸ ਦਿੰਦੀਆਂ ਕਿ ਉਹਨਾਂ ਦੇ ਪੈਨਲ ਤੇ ਕਿੰਨੇ ਬੈਠਣਗੇ ਤੇ ਕਿਸਾਨਾਂ ਦੇ ਪੈਨਲ ਤੇ ਕਿੰਨੇ ਬੈਠਣਗੇ। ਅਸੀਂ ਤਾਂ ਅੱਜ ਵੀ ਗੱਲ ਕਰਨ ਨੂੰ ਤਿਆਰ ਹਾਂ। ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਦਿਓ। ਅਸੀਂ ਕਹਿ ਰਹੇ ਹਾਂ ਕਿ ਇਹ ਕਾਨੂੰਨ ਸਾਡੇ ਫਾਇਦੇ ਲਈ ਨਹੀਂ ਹੈ। ਹੁਣ ਤੁਸੀਂ ਦੇਖੋ, ਜਿਹੜਾ ਆਇਲ ਹੈ, ਆਇਲ ਦੀ ਇਹਨਾਂ ਨੇ ਗੱਲ ਕੀਤੀ ਹੈ ਵੀ ਜੇ ਕੋਈ ਖੁੱਲਾ ਤੇਲ ਵੇਚੇਗਾ ਤਾਂ ਉਹਨਾਂ ਨੂੰ ਫਾਈਨ ਦੇ ਨਾਲ ਨਾਲ ਉਮਰ ਕੈਦ ਵੀ ਹੋ ਜਾਏਗੀ। ਇਹ ਕਿਹੜਾ ਵੱਡਾ ਕ੍ਰਾਈਮ ਹੈ ਕਿ ਉਮਰ ਕੈਦ ਹੋ ਜਾਏਗੀ? ਪਰ ਜਿਹੜੀਆਂ ਪੈਕਡ ਬੋਟਲਸ ਹੈ ਉਹ ਖਰੀਦਣੀਆਂ, ਮਤਲਬ ਡਾਇਰੈਕਟ ਜਿਹੜਾ ਇੱਕ ਕਾਮਨ ਮੈਨ ਹੈ ਉਹਦਾ ਗਲਾ ਘੋਟਣਾ। ਪਰ ਜਿਹੜੇ ਇਨਡਾਇਰੈਕਟ ਜਿਹੜੇ ਕਾਰਪੋਰੇਟਸ ਨੇ ਉਹਨਾਂ ਨੂੰ ਆਪਾਂ 100% ਫਾਇਦਾ ਦੇਣਾ, ਉਹਨਾਂ ਦਾ ਨਹੀਂ ਨੁਕਸਾਨ ਕਰਨਾ। ਤੋ ਇਹੀ ਚੀਜ਼ ਹੈਗੀ। ਫਿਰ ਹੁਣ ਬਹੁਤੇ ਤਾਂ ਇਹ ਵੀ ਆਖਦੇ ਆ ਕਿ ਈਗੋ ਦੀ ਲੜਾਈ ਬਣ ਗਈ ਆ, ਭਾਜਪਾ ਦੇ ਲਈ ਈਗੋ ਦੀ ਲੜਾਈ ਬਣ ਗਈ ਕਿ ਜੇਕਰ ਜਿਹੜਾ ਵੀ ਹੁਣ ਮੰਨਦਾ ਗਾ ਉਹ ਨੀਵਾਂ ਹੋ ਜਾਂਦਾ। ਉਹ ਕਹਿੰਦੇ ਆ ਕਿ ਜੇਕਰ ਇੱਕ ਪਾਸੇ ਕਿਸਾਨ ਆਖਦੇ ਆ ਕਿ ਸਾਡੀਆਂ ਤਾਂ ਭਾਈ ਜਿਹੜੀਆਂ ਮੰਗਾਂ ਇਹ ਨੇ ਕਿ ਰੱਦ ਕਰੋ, ਅਸੀਂ ਉਸ ਤੋਂ ਬਾਅਦ ਘਰਾਂ ਨੂੰ ਜਾਈਏ। ਕਹਿੰਦੇ ਭਾਜਪਾ ਕਹਿੰਦੀ ਹੈ ਜੇਕਰ ਅਸੀਂ ਇਹ ਚੀਜ਼ਾਂ ਮੰਨ ਲਈਆਂ, ਈਗੋ ਦੀ ਲੜਾਈ ਆ, ਅਸੀਂ ਆਪਦਾ ਸਿਰ ਨੀਵਾਂ ਨਹੀਂ ਕਰਨਾ। ਓਬਵੀਅਸਲੀ ਤੁਸੀਂ ਇਹ ਦੇਖੋ ਕਿ ਜਦੋਂ ਆਪਾਂ ਚਲੋ ਨੋਰਮਲੀ ਲਾ ਲਈਏ ਆਪਣੇ ਕੋਈ ਨੇਬਰਸ 'ਚ ਜਾਂ ਆਪਾਂ ਕਿਤੇ ਸੁਣੀਏ ਸ਼ਹਿਰ 'ਚ ਕਿਤੇ ਵੀ ਕਿਸੇ ਇਨਸਾਨ ਦੀ ਡੈਥ ਹੋਈ ਹੈ, ਆਪਾਂ ਕਿੰਨੇ ਦੁਖੀ ਹੋ ਜਾਂਦੇ ਹਾਂ ਨਾ ਕਿ ਉਹਦੀ ਡੈਥ ਹੋਈ ਆ, ਉਹਦੇ ਕਰ ਕਿੱਦਾਂ ਦਾ ਮਾਹੌਲ ਹੋਣਾ। ਫਿਰ ਉੱਥੇ ਮੋਰਚਿਆਂ ਤੇ ਤਾਂ 700 ਤੋਂ ਵੀ ਵੱਧ ਕਿਸਾਨ ਮਰ ਗਏ, ਕਿਸਾਨ ਸ਼ਹੀਦ ਹੋ ਗਏ। ਇਹਨਾਂ ਨੇ ਇੱਕ ਵੀ ਟਵੀਟ ਨਹੀਂ ਕੀਤੀ, ਇਹਨਾਂ ਨੇ ਇੱਕ ਵਾਰ ਵੀ ਜ਼ਾਹਿਰ ਨਹੀਂ ਕੀਤਾ, ਇਹਨਾਂ ਨੇ ਇੱਕ ਵਾਰ ਵੀ ਦੁੱਖ ਨਹੀਂ ਪ੍ਰਗਟਾਇਆ। ਕਿਉਂ? ਈਗੋ ਦੀ ਗੱਲ ਹੈ ਬਿਲਕੁਲ ਕਿ ਚੁੱਪ ਕਰੀ ਬੈਠੇ ਨੇ। ਅਮਰੀਕਾ ਇਹ ਜਾ ਰਹੇ ਨੇ, ਅਮਰੀਕਾ ਜਦੋਂ ਗਏ ਨੇ ਉਦੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਡੈਮੋਕ੍ਰੈਟਿਕ ਵੈਲਿਊਜ਼ ਦੀ ਗੱਲਾਂ ਕੀਤੀਆਂ। ਬਿਲਕੁਲ। ਜਦੋਂ ਅਸੀਂ ਕਿਸੇ ਵੀ ਕੰਟਰੀ ਨੂੰ ਦੇਖ ਲਈਏ, ਕੈਨੇਡਾ ਦੇਖ ਲਈਏ, USA ਦੇਖ ਲਈਏ, ਹਰ ਜਗ੍ਹਾ ਸਟੂਡੈਂਟਸ ਨੇ ਜਾਂ ਜਿਹੜੇ ਵੀ ਉੱਥੇ ਦੇ ਸਿਟੀਜ਼ਨਸ ਨੇ ਉਹਨਾਂ ਨੇ ਸਿੱਧਾ ਪ੍ਰੋਟੈਸਟ ਕੀਤੀ ਹੈ, ਸਾਡੇ ਹੀ ਹੱਕਾਂ 'ਚ ਬੋਲ ਰਹੇ ਨੇ। ਸਾਨੂੰ ਹੀ ਜਿਵੇਂ ਅਸੀਂ ਕਹਿ ਰਹੇ ਹਾਂ ਨੋ ਫਾਰਮਰਸ, ਨੋ ਫੂਡ, ਨੋ ਫਿਊਚਰ, ਉਹ ਵੀ ਉਹੀ ਗੱਲ ਕਹਿ ਰਹੇ ਨੇ। ਮਤਲਬ ਇੱਕ ਇਹ ਮੰਤਰੀ ਮਤਲਬ ਐਜੂਕੇਟਡ ਨੇ, ਬਾਕੀ ਸਭ ਅਨਐਜੂਕੇਟਡ ਨੇ। ਕਿਸਾਨਾਂ ਨੂੰ ਮਵਾਲੀ ਵੀ ਕਿਹਾ ਗਿਆ, ਕਿਸਾਨਾਂ ਨੂੰ ਖਾਲਿਸਤਾਨੀ ਵੀ ਕਿਹਾ ਗਿਆ। ਜਦੋਂ ਅਸੀਂ ਮੁਸਲਿਮਸ ਪ੍ਰੋਟੈਸਟ ਕਰਨ ਆਏ, ਜਦੋਂ ਅਸੀਂ ਮੁਸਲਿਮਸ ਪ੍ਰੋਟੈਸਟ ਅਸੀਂ ਕਰਨਾ ਸ਼ੁਰੂ ਕੀਤਾ, ਸਾਨੂੰ ਕਹਿਤਾ ਕਿ ਜੀ ਪਾਕਿਸਤਾਨੀ ਨੇ। ਜਦੋਂ NRC ਵੀ ਹੋਈ ਸੀ ਉਦੋਂ ਸਾਰੇ ਧਰਮਾਂ ਦੇ ਲੋਕ ਨਾਲ ਸੀ, ਉਦੋਂ ਸਿਰਫ ਮੁਸਲਿਮ ਕਮਿਊਨਿਟੀ ਤਾਂ ਨਹੀਂ ਕਰ ਰਹੀ ਸੀ ਪ੍ਰੋਟੈਸਟ। ਜਦੋਂ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਨੇ ਉਦੋਂ ਤੁਸੀਂ ਉਹਨਾਂ ਨੂੰ ਟੁਕੜਾ ਟੁਕੜਾ ਕਹਿਣ ਲੱਗ ਜਾਂਦੇ ਹੋ। ਮਤਲਬ ਤੁਸੀਂ ਚਾਹੁੰਦੇ ਹੋ ਕਿ ਇਨਸਾਨ ਪ੍ਰੋਟੈਸਟ ਨਾ ਕਰੇ, ਤੁਹਾਡੀ ਹਾਂ 'ਚ ਹਾਂ ਮਿਲਾਏ। ਬਿਲਕੁਲ। ਹੁਣ ਇਹ ਕਹਿ ਦਿੰਦੇ ਨੇ ਜੋ ਅੱਜ ਤੱਕ ਕਾਂਗਰਸ ਦੀ ਸਰਕਾਰ ਨੇ ਨਹੀਂ ਕੀਤਾ ਉਹ ਅਸੀਂ ਕਰਤਾ। 370 ਉਹ ਤੋੜਤੀ। ਬਿਲਕੁਲ। ਟ੍ਰਿਪਲ ਤਲਾਕ ਹੈ ਉਹ ਬੈਨ ਕਰਤਾ। ਮਤਲਬ ਜਿੰਨੇ ਵੀ ਇਹ ਲਾਜ਼ ਲੈ ਕੇ ਆਏ, ਫਿਰ ਕੀ ਫਾਇਦਾ ਹੋ ਗਿਆ? ਆਮ ਜਨਤਾ ਦਾ ਕੀ ਫਾਇਦਾ ਹੋਇਆ ਇਹ ਸਭ ਕੁਝ ਕਰਨ ਨਾਲ? ਪਰ ਹੁਣ ਇੱਕ ਚੀਜ਼ ਤਾਂ ਹੈਗੀ ਹੈ ਕਿ ਕਿਸਾਨੀ ਅੰਦੋਲਨ, ਜਿੱਦਾਂ ਮੈਂ ਗੱਲ ਕਰਦਾ ਕਿ ਆਵਾਜ਼ ਚੱਕਣ ਦੇ ਲਈ ਤਾਂ ਆਵਾਜ਼ ਚੱਕਣਾ ਤਾਂ ਸਾਨੂੰ ਸਿਖਾਇਆ, ਹੱਕਾਂ ਦੇ ਲਈ ਖੜਨਾ ਤਾਂ ਸਾਨੂੰ ਸਿਖਾਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ। ਪਰ ਜਿੰਨਾ ਲੰਬਾ ਇਹ ਪ੍ਰੋਟੈਸਟ ਹੋ ਗਿਆ, ਜਿਵੇਂ ਹੁਣ ਸਾਡੀ ਜਵਾਨੀ ਜਿਹੜੀ ਹੈ ਬਾਹਰ ਆਉਂਦੀ ਹੈ, ਨੌਜਵਾਨੀ ਬਾਹਰ ਆਉਂਦੀ ਆ, ਤਾਂ ਕਿਉਂਕਿ ਜਿਹੜੀ ਸਾਡੀ ਨੌਜਵਾਨੀ ਨੂੰ ਪ੍ਰਚਾਰਿਆ ਜਾ ਰਿਹਾ ਸੀ ਕਿ ਭਾਈ ਬਹੁਤੀ ਤਾਂ ਨੌਜਵਾਨੀ ਬਾਹਰ ਚਲੀ ਗਈ, ਰਹਿੰਦੀ ਖੁੰਦੀ ਜਿਹੜੀ ਆ ਉਹ ਨਸ਼ੇ 'ਤੇ। ਪਰ ਜਦੋਂ ਸਾਡੀ ਨੌਜਵਾਨੀ ਆ ਕੇ ਹੱਕਾਂ ਦੀ ਗੱਲ ਕਰਦੀ ਆ, ਸਟੇਜਾਂ 'ਤੇ ਬੋਲਦੀ ਆ, ਤਾਂ ਸ਼ਾਇਦ ਸਰਕਾਰ ਦੇ ਕਿਤੇ ਨਾ ਕਿਤੇ ਕੰਨੀ ਪੈਂਦੀ, ਕਿਉਂਕਿ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਇਹਨਾਂ ਦੇ ਹੱਕਾਂ ਦੇ ਵਿੱਚ ਹੀ ਬੋਲਦੇ ਸੀ। ਉਸ ਤੋਂ ਬਾਅਦ ਜਦੋਂ ਉੱਥੇ ਜਾ ਕੇ ਧਰਨੇ ਲੱਗੇ, ਉਹਨਾਂ ਦੀ ਕੋਠੀ ਦਾ ਘਿਰਾਓ ਹੋਇਆ, ਉਸ ਤੋਂ ਬਾਅਦ ਉਹ ਵੀ ਸਮਾਂ ਆ ਕਿ ਜਦੋਂ ਉਹਨਾਂ ਨੂੰ ਅਲਾਇੰਸ ਤੱਕ ਤੋੜਨਾ ਪਿਆ, ਜਦੋਂ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਪਈ। ਭਾਵ ਕਿਤੇ ਨਾ ਕਿਤੇ ਇਹਨਾਂ ਲੀਡਰਾਂ ਨੂੰ, ਇਹਨਾਂ ਪਾਰਟੀਆਂ ਨੂੰ ਇਹ ਤਾਂ ਹੋਊਗਾ ਕਿ ਜੇ ਹੁਣ ਨੌਜਵਾਨੀ ਜਾਗ ਪਈ ਆ ਤਾਂ ਸ਼ਾਇਦ ਸਾਨੂੰ ਕੁਛ ਨਾ ਕੁਛ ਸੋਚਣਾ ਪਵੇਗਾ, ਪਰ ਪੈ ਜਿਹੜਾ ਫੂਕ ਫੂਕ ਕੇ ਧਰਨਾ ਪਊਗਾ। ਇਹਨਾਂ ਨੇ ਨੌਜਵਾਨੀ ਨਸ਼ੇ ਦੀ ਜਿਹੜੀ ਇਹ ਗੱਲ ਕਰ ਰਹੇ ਨੇ, ਨੌਜਵਾਨਾਂ ਨੂੰ ਨਸ਼ੇ ਤੇ ਕਿਹਨੇ ਲਾਇਆ? ਜੇ ਸਰਕਾਰਾਂ ਨੇ ਨਸ਼ੇ ਨੂੰ ਇੰਨਾ ਆਮ ਕੀਤਾ, ਇਸ ਕਰਕੇ ਹੀ ਨੌਜਵਾਨ ਸਾਡੇ ਨਸ਼ੇ ਤੇ ਲੱਗੇ। ਪਤਾ ਨਹੀਂ ਕਿੰਨੀਆਂ ਹੀ ਮਾਵਾਂ ਨੇ ਆਪਣੇ ਪੁੱਤ ਖੋਏ ਹੋਣੇ ਆ, ਪਤਾ ਨਹੀਂ ਕਿੰਨਾ ਹੀ ਕੁਝ ਹੋਇਆ ਹੋਣਾ, ਪਤਾ ਨਹੀਂ। ਮਤਲਬ ਤੁਸੀਂ ਇਹ ਦੇਖੋ, ਅੱਜ ਵੀ ਅਸੀਂ ਸੁਣਦੇ ਹਾਂ ਨਾ ਕਿਸੇ ਮਾਂ ਨੇ ਆਪਣਾ ਪੁੱਤ ਖੋਇਆ ਹੋਣਾ ਜਾਂ ਕੁਝ ਵੀ, ਤਾਂ ਉਹ ਕਿਉਂ ਖੋਇਆ? ਕਿਉਂਕਿ ਸਰਕਾਰਾਂ ਨੇ ਇੰਨੀ ਢਿੱਲ ਦੇ ਦਿੱਤੀ ਨਸ਼ੇ ਕਰਨ ਵਾਲੇ। ਬਿਲਕੁਲ, ਹੈ ਨਾ। ਬਿਲਕੁਲ। ਦੂਸਰੀ ਗੱਲ ਹੈ, ਹੁਣ ਜੇ ਇਹ ਨੌਜਵਾਨੀ ਦੀ ਗੱਲ ਕਰਦੇ ਨੇ, ਸਿੰਘੂ ਮੋਰਚੇ ਤੇ ਜਾ ਕੇ ਦੇਖ ਲੈਣ, ਟਿੱਕਰੀ ਬਾਰਡਰ ਤੇ ਜਾ ਕੇ ਦੇਖ ਲੈਣ, ਪੰਜਾਬ ਦੇ ਵੱਖ-ਵੱਖ ਮੋਰਚਿਆਂ ਤੇ ਜਾ ਕੇ ਦੇਖ ਲੈਣ। ਅਸੀਂ ਇੱਕ ਪ੍ਰੋਟੈਸਟ ਪੈਦਲ ਮਾਰਚ ਹੋਈ ਸੀ ਅੰਬ ਸਾਹਿਬ ਗੁਰਦੁਆਰਾ ਤੋਂ
ਗਈ ਸੀ ਅੰਬ ਸਾਹਿਬ ਗੁਰਦੁਆਰਾ ਤੋਂ ਹੋਈ ਸੀ ਜੀ। ਉਹ ਸੀਗੀ ਮੇਰਾ ਖਿਆਲ ਹੈ ਜੁਲਾਈ ਵਿੱਚ ਹੋਈ ਸੀ ਜੀ। ਉਹਦੇ 'ਚ ਨੌਜਵਾਨੀ ਜ਼ਿਆਦਾ ਦਿਖ ਰਹੀ ਸੀ। ਜਿਹੜੀ ਉਹ ਨੌਜਵਾਨੀ ਨੂੰ ਕਹਿ ਰਹੇ ਨਾ ਵੀ ਨੌਜਵਾਨੀ ਨਸ਼ੇ ਤੇ ਲੱਗੀ ਹੋਈ ਹੈ ਜਾਂ ਕੁਝ ਵੀ, ਉਹ ਦੇਖ ਲੈਂਦੇ। ਉਦਣ ਬਹੁਤ ਨੌਜਵਾਨ ਆਏ ਸੀ। ਮੈਂ ਕਿਹਾ ਹੁਣ ਨਾ ਜ਼ਿਆਦਾ ਮੀਡੀਆ ਕੈਪਚਰ ਕਰ ਲੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਨੌਜਵਾਨਾਂ ਨੂੰ ਨਾ ਹੱਕ ਲੈਣੇ ਆ ਗਏ। ਉਹਨਾਂ ਨੂੰ ਪਤਾ ਲੱਗਿਆ ਕਿ ਸਰਕਾਰਾਂ ਸਾਨੂੰ ਨਸ਼ਿਆਂ ਕਰਕੇ ਬੇਵਕੂਫ ਬਣਾ ਰਹੀਆਂ ਸੀਗੀਆਂ ਤੇ ਅਸੀਂ ਆਪਣੇ ਹੱਕ ਲੈਣੇ ਆ ਹੁਣ। ਇਹ ਚੀਜ਼ਾਂ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਇੱਕ ਮੈਂ ਸੁਨੇਹਾ ਜ਼ਰੂਰ ਲਊਂਗਾ ਖਾਸ ਕਰ ਉਹਨਾਂ ਮਾਪਿਆਂ ਦੇ ਲਈ, ਕਿਉਂਕਿ ਹੁਣ ਤੁਸੀਂ ਵੀ ਕਿਸੇ ਮਾਪੇ ਦੀ ਜਿਹੜੀ ਹੈਗੀ ਉੱਤੀ ਤੁਹਾਨੂੰ ਉਹਨਾਂ ਨੇ ਆਖਿਆ ਕਿ ਚਲੋ ਭਾਈ ਤੁਸੀਂ ਜਾ ਕੇ ਉੱਥੇ ਜਿਹੜਾ ਹੈਗਾ ਨਾ ਪ੍ਰੋਟੈਸਟ ਦੇ ਵਿੱਚ ਆਪਦਾ ਜਿਹੜਾ ਹਿੱਸਾ ਦੇਣਾ ਹੈ। ਤੁਸੀਂ ਉੱਥੇ ਗਏ, ਉੱਥੇ ਕਿਸਾਨਾਂ ਵੱਲੋਂ ਬੀਬੀਆਂ ਵੱਲੋਂ ਤੁਹਾਨੂੰ ਭਰਪੂਰ ਪਿਆਰ ਵੀ ਮਿਲਿਆ, ਆਪਣਾਪਣ ਮਿਲਿਆ। ਜਿੱਦਾਂ ਤੁਸੀਂ ਦੱਸਿਆ ਕਿ ਮੇਰਾ ਜੀ ਘਰ ਨਹੀਂ ਲੱਗਦਾ ਸੀ, ਮੇਰਾ ਜੀ ਉੱਥੇ ਲੱਗਦਾ ਸੀ। ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਹਾਲੇ ਵੀ ਔਰਤ ਜਾਤ 'ਤੇ ਕਮੈਂਟ ਕਰਦਾ ਜਾਂ ਇੱਦਾਂ ਕਰੀ ਹਾਲੇ ਵੀ ਔਰਤ ਜਾਤ ਨੂੰ ਕਿਤੇ ਨਾ ਕਿਤੇ ਨਹੀਂ, ਇਹ ਤਾਂ ਘਰ ਤੱਕ ਸੀਮਿਤ ਰਹਿਣ ਤਾਂ ਹੀ ਚੰਗਾ, ਬਾਹਰ ਨਹੀਂ ਨਿਕਲਣਾ ਚਾਹੀਦਾ? ਜੇ ਗੱਲ ਘਰ ਤੱਕ ਸੀਮਿਤ ਰੱਖਣ ਦੀ ਹੁੰਦੀ, ਜੇ ਮੇਰੇ ਘਰਦਿਆਂ ਨੇ ਵੀ ਇਹ ਸੋਚਿਆ ਹੁੰਦਾ ਕਿ ਅਸੀਂ ਆਪਣੀ ਬੇਟੀ ਨੂੰ ਘਰ ਤੱਕ ਸੀਮਿਤ ਰੱਖਦੇ ਹਾਂ, ਤਾਂ ਸ਼ਾਇਦ ਮੈਂ ਲਾਅ ਨਾ ਕਰਦੀ, ਤਾਂ ਸ਼ਾਇਦ ਮੈਂ ਐਡਵੋਕੇਟ ਨਾ ਹੁੰਦੀ। ਜੇ ਮੇਰੇ ਘਰਦਿਆਂ ਨੇ ਵੀ ਇਹ ਸੋਚਿਆ ਸੀ ਕਿ ਸਾਡੀ ਕੁੜੀ ਪੜ੍ਹਨੀ ਚਾਹੀਦੀ ਹੈ, ਸਾਡੀ ਧੀ ਪੜ੍ਹਨੀ ਚਾਹੀਦੀ ਹੈ, ਇਹ ਕਿਸੇ ਲਾਇਕ ਬਣਨੀ ਚਾਹੀਦੀ ਹੈ, ਇਸ ਕਰਕੇ ਹੀ ਮੈਂ ਨਿਕਲੀ ਸੀ। ਜੇ ਅੱਜ ਵੀ ਮਾਪਿਆਂ ਦੀ ਉਹੀ ਸੋਚ ਹੈ ਨਾ ਕਿ ਅਸੀਂ ਆਪਣੀ ਧੀ ਨੂੰ ਨਹੀਂ ਪੜ੍ਹਾਉਣਾ ਪਰ ਆਪਣੇ ਪੁੱਤ ਨੂੰ ਪੜ੍ਹਾਉਣਾ, ਤਾਂ ਉਹਨਾਂ ਦੀ ਸੋਚ ਬਹੁਤ ਗਲਤ ਹੈ। ਕਿਉਂਕਿ ਜੇ ਅੱਜ ਵੀ ਅਸੀਂ ਦੇਖੀਏ ਨਾ, ਪਾਰਲੀਮੈਂਟ ਤੱਕ ਵੀ ਹੁਣ ਧੀਆਂ ਪਹੁੰਚ ਗਈਆਂ, ਹਰ ਪ੍ਰੋਫੈਸ਼ਨ 'ਚ ਧੀਆਂ ਨੇ। ਬਿਲਕੁਲ। ਇਹ ਸਿਰਫ ਹੁਣ ਇੱਕ ਸਰਕਾਰਾਂ ਨੇ ਜਿਹੜਾ ਦਾਇਰਾ ਬਣਾਇਆ ਸੀਗਾ ਨਾ ਵੀ ਔਰਤਾਂ ਕੁਝ ਕਰ ਨਹੀਂ ਸਕਦੀਆਂ, ਇਹ ਲੋਕ ਉਹ ਪਾਲਿਸੀਆਂ ਸਮਝ ਰਹੇ ਆ ਵੀ ਹਾਂ ਠੀਕ ਹੈ ਵਾਕਈ ਔਰਤਾਂ ਕੁਝ ਕਰ ਨਹੀਂ ਸਕਦੀਆਂ, ਔਰਤਾਂ ਕਮਜ਼ੋਰ ਹੈ। ਔਰਤਾਂ ਕਮਜ਼ੋਰ ਨਹੀਂ ਹੈ, ਔਰਤਾਂ ਬਹੁਤ ਸਟਰੋਂਗ ਹੈ ਜੀ। ਜਦੋਂ ਸੰਘਰਸ਼ਾਂ 'ਚ ਔਰਤਾਂ ਬੈਠੀਆਂ, ਜਦੋਂ ਇਹੀ ਕਹਤਾ ਕਿ ਔਰਤਾਂ ਜਦੋਂ ਸੰਘਰਸ਼ 'ਚ ਬੈਠਦੀਆਂ ਤਾਂ ਸਾਡੇ ਸੰਘਰਸ਼ ਨੂੰ ਤਾਕਤ ਮਿਲਦੀ ਹੈ, ਇਹ ਤੋਂ ਵੱਧ ਹੋਰ ਕੀ ਮਤਲਬ ਐਗਜ਼ਾਮਪਲ ਹੋਏ। ਕਿਉਂਕਿ ਦੇਖੋ ਜਿਹੜੀ ਫਾਰਮਰਸ ਮੂਵਮੈਂਟ ਹੈ ਇੱਕ ਮਾਸ ਮੂਵਮੈਂਟ ਹੈ, ਕਿਉਂਕਿ ਸਿਰਫ ਨੈਸ਼ਨਲ ਲੈਵਲ 'ਤੇ ਨਹੀਂ, ਹੁਣ ਇੰਟਰਨੈਸ਼ਨਲ ਲੈਵਲ 'ਤੇ ਵੀ ਹੈ। ਹੁਣ ਗਲੋਬਲੀ ਸਾਰਿਆਂ ਨੂੰ ਪਤਾ ਵੀ ਇੰਡੀਆ 'ਚ ਇੱਕ ਮਾਸ ਮੂਵਮੈਂਟ ਹੋਈ ਆ, ਫਾਰਮਰਸ ਪ੍ਰੋਟੈਸਟ ਹੋਈ ਆ। ਤੁਸੀਂ ਦੇਖੋ ਇਹਦੇ 'ਚ ਕਿੰਨੀਆਂ ਹੀ ਔਰਤਾਂ ਸੀਗੀਆਂ। ਬਿਲਕੁਲ। ਮਰਦਾਂ ਦੇ ਨਾਲ ਨਾਲ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਔਰਤਾਂ ਨੇ ਸੰਘਰਸ਼ 'ਚ ਹਿੱਸਾ ਲਿਆ ਜੀ। ਵੱਖ-ਵੱਖ ਸਟੇਜਾਂ ਤੋਂ ਬੋਲੀਆਂ ਔਰਤਾਂ। ਮੈਨੂੰ ਲੱਗਦਾ ਜਿਹੜੀਆਂ ਔਰਤਾਂ ਨੇ ਕਦੇ ਇਹ ਸੋਚਿਆ ਨਹੀਂ ਹੋਣਾ ਵੀ ਹਾਂ, ਉਹਨਾਂ ਨੇ ਇਹੀ ਸੋਚਿਆ ਹੋਣਾ ਵੀ ਅਸੀਂ ਘਰ ਦੇ ਕੰਮ ਦੇਖਣਾ, ਸਭ ਕੁਝ ਦੇਖਣਾ, ਜਿਹੜੀ ਪੜ੍ਹੀਆਂ ਲਿਖੀਆਂ ਨਹੀਂ ਹੋਣਗੀਆਂ ਅੱਜ ਉਹ ਵੀ ਮੋਰਚੇ 'ਤੇ ਬੋਲਦੀਆਂ। ਉਹ ਮਰਦਾਂ ਨੇ ਹੀ ਉਹਨਾਂ ਨੂੰ ਹੱਕ ਦਿੱਤੇ ਆ, ਉਹ ਮਰਦਾਂ ਨੇ ਹੀ ਉਹਨਾਂ ਨੂੰ ਦੱਸਿਆ। ਜਦੋਂ ਨਾ ਘਰ ਦੇ ਕਹਿੰਦੇ ਆ ਵੀ ਹਾਂ ਤੂੰ ਬੋਲ ਸਕਦੀ ਆ, ਕਿਉਂਕਿ ਹੁਣ ਉਹਨਾਂ ਨੂੰ ਸਮਝ ਆ ਗਿਆ ਵੀ ਇਹ ਸਰਕਾਰਾਂ ਸਾਨੂੰ ਬੇਵਕੂਫ ਬਣਾ ਰਹੀਆਂ ਸੀਗੀਆਂ। ਸਾਡੀ ਔਰਤਾਂ ਸਭ ਕੁਝ ਕਰ ਸਕਦੀਆਂ, ਸਾਡੀਆਂ ਔਰਤਾਂ ਬੋਲ ਸਕਦੀਆਂ। ਹੁਣ ਦੇਖੋ ਜਦੋਂ ਔਰਤਾਂ ਬੋਲਦੀਆਂ ਨਾ, ਮੈਂ ਕਹਿੰਦੀ ਹਾਂ ਕਿ ਤੁਸੀਂ ਜੇ ਬੰਦਿਆਂ ਨੂੰ ਦੇਖੋਗੇ ਨਾ, ਉਹਨਾਂ ਦਾ ਫਕਰ ਨਾਲ ਸਿਰ ਉੱਚਾ ਹੋ ਜਾਂਦਾ ਵੀ ਸਾਡੇ ਘਰ ਦੀਆਂ ਔਰਤਾਂ ਬੋਲ ਰਹੀਆਂ। ਬਿਲਕੁਲ। ਮੈਂ ਖੁਦ ਇਹ ਚੇਂਜ ਦੇਖਿਆ, ਕਿਉਂਕਿ ਜਦੋਂ ਮੈਂ ਕਦੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੁੰਦੀ ਸੀ ਬੀਬੀਆਂ ਨਾਲ ਫੋਟੋਜ਼, ਅਤੇ ਕੋਈ ਦੇਖਦਾ ਹੁੰਦਾ ਸੀ ਵੀ ਇਹ ਸਾਡੇ ਘਰ ਦੀ ਬੀਬੀ ਹੈ, ਤਾਂ ਉਹਨਾਂ ਨੂੰ ਵੀ ਹੌਸਲਾ ਹੁੰਦਾ ਸੀ ਵੀ ਸਾਡੇ ਘਰ ਦੀ ਬੀਬੀ ਵੀ ਹੈ ਨਾ ਬਿਲਕੁਲ ਐਂਡ ਝੰਡਾ ਲੈ ਕੇ ਖੜੀ ਹੈ ਅਤੇ ਬਿਲਕੁਲ ਪ੍ਰੋਟੈਸਟ 'ਚ ਪਾਰਟੀਸਿਪੇਸ਼ਨ ਦੇ ਰਹੀ ਹੈ। ਕੋਈ ਪੈਦਲ ਮਾਰਚ ਹੋ ਰਹੀ ਹੈ ਜਾਂ ਕਦੇ ਸਟੇਜ 'ਤੇ ਬੋਲਣਾ, ਤਾਂ ਸਾਡੀ ਬੀਬੀਆਂ ਵੀ ਸਟੇਜ 'ਤੇ ਅੱਜ ਬੋਲ ਰਹੀਆਂ ਜੀ। ਤਾਂ ਇਹ ਆਪਣੇ ਆਪ 'ਚ ਹੀ ਇੱਕ ਮਤਲਬ ਪ੍ਰਾਊਡ ਫੀਲ ਕਰਨ ਦੀ ਗੱਲ ਹੈ। ਅਸੀਂ ਇੰਡੀਅਨਸ ਹੋ ਕੇ ਜਾਂ ਅਸੀਂ ਔਰਤਾਂ ਹੋ ਕੇ ਆਪਣੇ ਆਪ 'ਚ ਹੀ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਜਿਹੜੀਆਂ ਸਾਡੀਆਂ ਮਾਵਾਂ ਨੇ ਉਹ ਅੱਜ ਸੰਘਰਸ਼ 'ਚ ਬੈਠੀਆਂ ਨੇ, ਮੋਰਚੇ ਸੰਭਾਲ ਰਹੀਆਂ, ਮੋਰਚਿਆਂ ਦੀ ਅਗਵਾਈਆਂ ਕਰ ਰਹੀਆਂ, ਅਤੇ ਸਾਡੇ ਲਈ ਪ੍ਰਾਊਡ ਫੀਲ ਕਰਨ ਦੀ ਗੱਲ ਹੈ। ਉਹਨਾਂ ਦੇ ਪੇਰੈਂਟਸ ਨੂੰ ਜਿਹੜੇ ਇਹ ਸਮਝਦੇ ਵੀ ਸਾਡੀ ਕੁੜੀਆਂ ਨੂੰ ਅਸੀਂ ਕੁਝ ਕਰਨ ਨਹੀਂ ਦੇਣਾ ਜਾਂ ਅਸੀਂ ਕੋਈ ਕੰਮ ਨਹੀਂ ਕਰਨ ਦੇਣਾ, ਕਿਉਂ ਨਹੀਂ ਕਰਨ ਦੇਣਾ? ਕੁੜੀਆਂ ਵੀ ਕੰਮ ਕਰ ਸਕਦੀਆਂ, ਕੁੜੀਆਂ ਹਰ ਕੰਮ 'ਚ ਹਰ ਫੀਲਡ 'ਚ ਉਹ ਕੰਮ ਕਰ ਸਕਦੀਆਂ। ਤੁਸੀਂ ਉਹਨਾਂ ਨੂੰ ਮੌਕਾ ਤਾਂ ਦਿਓ, ਉਹ ਤੁਹਾਨੂੰ ਦਿਖਾ ਸਕਦੀਆਂ ਕੰਮ ਕਰਕੇ ਜੀ। ਤੁਸੀਂ ਕੀਮਤੀ ਸਮੇਂ 'ਚ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਹਰ ਵਿਸ਼ੇ 'ਤੇ ਪੰਜਾਬ ਦੇ ਨਾਲ ਜੁੜੇ ਹੋਏ, ਹਰ ਵਿਸ਼ੇ 'ਤੇ ਹੱਕਾਂ ਦੇ ਨਾਲ ਜੁੜੇ ਹੋਏ ਹਰ ਵਿਸ਼ੇ 'ਤੇ ਤੁਹਾਡੇ ਨਾਲ ਜ਼ਰੂਰ ਜਿਹੜੀ ਆ ਮੁਲਾਕਾਤ ਸਾਡੇ ਸਰੋਤਿਆਂ ਦੇ ਰੂਬਰੂ ਜ਼ਰੂਰ ਕਰਦੇ ਰਹੀਏ। ਤੁਸੀਂ ਕੀਮਤੀ ਸਮੇਂ 'ਚ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਐਡਵੋਕੇਟ ਤਾਨੀਆ ਤਬਸਮ ਸੀ। ਜਦੋਂ ਨੌਜਵਾਨੀ ਅੱਗੇ ਆ ਕੇ ਬੋਲਦੀ ਹੈ, ਨੌਜਵਾਨੀ ਹੱਕਾਂ ਦੀ ਗੱਲ ਕਰਦੀ ਆ, ਤਾਂ ਮੀਡੀਆ ਦਾ ਵੀ ਫਰਜ਼ ਜ਼ਰੂਰ ਬਣਦਾ ਕਿ ਉਸ ਨੌਜਵਾਨੀ ਨੂੰ ਸਾਡੇ ਲੋਕਾਂ ਦੇ ਰੂਬਰੂ ਕੀਤਾ ਜਾਵੇ, ਸਰੋਤਿਆਂ ਦੇ ਰੂਬਰੂ ਕੀਤਾ ਜਾਵੇ। ਕਿਉਂਕਿ ਅਕਸਰ ਜਦੋਂ ਕੋਈ ਨੌਜਵਾਨ ਬੋਲਦਾ ਆ ਨਾ, ਤਾਂ ਇੱਕ ਚੀਜ਼ ਬੜੀ ਪ੍ਰਚਾਰੀ ਜਾਂਦੀ ਹੈ ਕਿ ਯਾਰ ਸ਼ਾਇਦ ਇਹਨੇ ਰਾਜਨੀਤੀ ਦੇ ਵਿੱਚ ਆਉਣਾ ਹੋਣਾ, ਸ਼ਾਇਦ ਆਪਣਾ ਨਾਮ ਜਿਹੜਾ ਹੈਗਾ ਉਹ ਚਮਕਾਉਣਾ ਹੋਣਾ, ਪਰ ਇਹ ਚੀਜ਼ ਨਹੀਂ ਹੁੰਦੀ। ਹੱਕਾਂ ਦੀ ਗੱਲ ਹੁੰਦੀ ਹੈ, ਹੱਕਾਂ ਦੀ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਕਿ ਸਾਡੇ ਜਮਹੂਰੀ ਹੱਕ ਕਿਹੜੇ ਨੇ,
ਸਾਡੇ ਜਮਹੂਰੀ ਹੱਕ ਜਿਹੜੇ ਇਹ ਰਾਜਨੀਤਿਕ ਲੋਕ ਜਿਹੜੇ ਨੇ, ਇਹ ਜਿਹੜੀ ਰਾਜਕਰਤਾ ਸ਼੍ਰੇਣੀ ਆ ਇਹ ਮਾਰ ਰਹੀ ਆ, ਉਹ ਸਾਡੇ ਹੱਕ ਕਿਹੜੇ ਨੇ, ਉਹਨਾਂ ਹੱਕਾਂ ਦੀ ਗੱਲ ਤੁਹਾਡੇ ਤੱਕ ਪਹੁੰਚਦੀ ਸਾਡੀ ਕੋਸ਼ਿਸ਼ ਰਹਿੰਦੀ ਹੁੰਦੀ ਹੈ ਕਿ ਹਰ ਵਾਰੀ ਪਹੁੰਚਦੀ ਕਰੀਏ, ਤੇ ਅੱਗੇ ਵੀ ਇਹ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਜ਼ਰੂਰ ਕਰਦੇ ਰਹਾਂਗੇ। ਹਰ ਉਸ ਨੌਜਵਾਨ ਨੂੰ, ਉਸ ਨੌਜਵਾਨ ਪੰਜਾਬ ਦੀ ਧੀ ਨੂੰ, ਪੰਜਾਬ ਦੇ ਪੁੱਤਰ ਨੂੰ ਤੁਹਾਡੇ ਰੂਬਰੂ ਜ਼ਰੂਰ ਕਰਦੇ ਰਹਾਂਗੇ, ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਪੰਜਾਬ ਦੇ ਆਮ ਲੋਕਾਂ ਦੀ ਗੱਲ ਕਰਦੇ ਆ, ਪੰਜਾਬ ਦੇ ਕਿਸਾਨ ਦੀ ਗੱਲ ਕਰਦੇ ਆ, ਖਾਸ ਕਰ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆ। ਤੁਸੀਂ ਦੇਖਦੇ ਰਹੋ RMB ਟੈਲੀਵਿਜ਼ਨ। ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ। ਧੰਨਵਾਦ ਜੀ।